ਗੁਰੂ ਨਾਨਕ ਪਾਦ ਸਿਮਰੋ ਅੰਗਦ ਗੁਰ ਅਮਰਦਾਸ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਮਤ ਸ਼੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। दोहरा इतने में आवन कियो जैत साध समुदाय रस्त ऊंचाई संग सब चावर चून बधाई। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਨਿਤਾ ਪ੍ਰਤੀ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ ਸਾਹਿਬੇ ਕਮਾਲ ਗੁਰੂ ਕਲਗੀਧਰ ਅੰਤਰਯਾਮੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ। ਗਰੀਬ ਨਵਾਜ ਸਤਿਗੁਰੂ ਗੁਰੂ ਕਲਗੀਧਰ ਸੁਆਮੀ ਨਾਰਾਇਣੇ ਨਗਰ ਪਹੁੰਚੇ ਹਨ ਦਾਦੂ ਦੀਨ ਦਿਆਲ ਜੀ ਦੇ ਦਿਉਰੇ ਤੇ। ਇੱਥੋਂ ਦੇ ਸ਼੍ਰੀ ਮਹੰਤ ਜੈਤ ਰਾਮ ਜੀ ਨਾਲ ਸਤਿਗੁਰਾਂ ਦੀ ਮਿਲਣੀ ਹੋਈ ਹੈ, ਵਾਰਤਾਲਾਪ ਹੋਈ ਹੈ, ਸੰਵਾਦ ਹੋਇਆ ਹੈ। ਸਤਿਗੁਰੂ ਜੀ ਨੇ ਇੱਥੇ ਖਾਲਸੇ ਦੀ ਪਰਖ ਵਾਸਤੇ ਇੱਕ ਕੌਤਕ ਰਚਿਆ ਕਮਾਨ ਨਾਲ।
ਦਾਦੂ ਜੀ ਦੇ ਦਿਓਰੇ ਨੂੰ ਨਮਸਕਾਰ ਕੀਤੀ, ਪ੍ਰਣਾਮ ਕੀਤੀ। ਤੋ ਸਿੰਘਾਂ ਨੇ ਉਸ ਵੇਲੇ ਵਿਵੇਕ ਲਾਇਆ। ਸਤਿਗੁਰੂ ਜੀ ਪ੍ਰਸੰਨ ਹੋਏ, ਆਖਿਆ ਕਿ ਮੇਰਾ ਖਾਲਸਾ ਸਾਵਧਾਨ ਹੈ, ਅਸੀਂ ਬਸ ਇਹੀ ਵੇਖਣਾ ਚਾਹੁੰਦੇ ਸੀ। ਉਧਰ ਮਹੰਤ ਜੈਤ ਰਾਮ ਜੀ ਨੇ ਬੇਨਤੀ ਕੀਤੀ ਸੀ, ਸਤਿਗੁਰੂ ਸਾਡੇ ਕੋਲੋਂ ਭੋਜਨ ਅੰਗੀਕਾਰ ਕਰੋ। ਸਤਿਗੁਰੂ ਜੀ ਨੇ ਬਚਨ ਕੀਤਾ, ਮਹੰਤ ਜੀ ਸਾਡੇ ਨਾਲ ਸਾਡੇ ਬਾਜ ਨੇ ਤੇ ਉਹ ਅੱਜ ਭੁੱਖੇ ਹਨ, ਪਹਿਲਾਂ ਉਹਨਾਂ ਦੇ ਭੋਜਨ ਦਾ ਪ੍ਰਬੰਧ ਕਰੋ, ਬਾਅਦ ਵਿੱਚ ਅਸੀਂ ਤੁਹਾਡੇ ਕੋਲੋਂ ਭੋਜਨ ਗ੍ਰਹਿਣ ਕਰਾਂਗੇ। ਮਹੰਤ ਜੀ ਨੇ ਵਿਚਾਰ ਕੀਤੀ ਕਿ ਸਤਿਗੁਰੂ ਜੀ ਨੂੰ ਪਤਾ ਹੈ ਕਿ ਅਸੀਂ ਵੈਸ਼ਨਵ ਸਾਧ ਹਾਂ, ਅਸੀਂ ਇਹਨਾਂ ਬਾਜਾਂ ਨੂੰ ਮਾਸ ਨਹੀਂ ਦੇ ਸਕਦੇ, ਪਰ ਫਿਰ ਵੀ ਉਹ ਕਹਿ ਰਹੇ ਨੇ ਤਾਂ ਮੇਰੀ ਪਰਖ ਹੋ ਰਹੀ ਹੈ। ਕਹਿਣ ਲੱਗੇ ਸਤਿਗੁਰੂ ਜੀ ਅੱਜ ਸਾਧਾਂ ਦੀ ਮਰਜ਼ੀ ਦਾ ਭੋਜਨ ਛਕ ਲੈਣਗੇ, ਬਾਜਾਂ ਨੂੰ ਤੁਹਾਡਿਆਂ ਨੂੰ ਬੇਨਤੀ ਕਰਾਂਗੇ। ਤੋ ਮਹੰਤ ਜੈਤ ਰਾਮ ਜੀ ਆਪਣੇ ਡੇਰੇ ਗਏ, ਰਸਤਾਂ ਬਸਤਾਂ ਲੈ ਕੇ ਲੰਗਰ ਪ੍ਰਸ਼ਾਦੇ ਲਈ ਕਲਗੀਧਰ ਜੀ ਦੇ ਚਰਨਾਂ ਵਿੱਚ ਆਏ ਹਨ। ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰ ਰਹੇ ਨੇ, ਬਚਨ ਬਿਲਾਸ ਹੋ ਰਹੇ ਨੇ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਮਹਿਮਾ ਸਰਵਣ ਕਰੀਏ। ਇਹ ਕਲਗੀਧਰ ਸੁਆਮੀ ਜੀ ਦੀ ਵਡਿਆਈ ਹੈ, ਸਤਿਗੁਰਾਂ ਦੀਆਂ ਸਿਫਤਾਂ ਨੇ, ਮਹਾਰਾਜ ਜੀ ਦੀ ਉਪਮਾ ਹੈ। ਸਰਵਣ ਕਰੀਏ, ਸਾਡੇ ਵੱਡੇ ਪੁੰਨ ਹਨ, ਸਾਡੇ ਵੱਡੇ ਕਰਮ ਹਨ, ਸਾਨੂੰ ਇਹ ਸੁਭਾਗ ਪ੍ਰਾਪਤ ਹੋ ਰਿਹਾ ਹੈ। ਹਾਜ਼ਰੀ ਲਵਾਈਏ ਗੁਰੂ ਚਰਨਾਂ ਵਿੱਚ, ਰਸਨਾ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਤਨੇ ਮੈਂ ਆਵਨ ਕੀਓ, ਜੈਤ ਸਾਧ ਸਮੁਦਾਇ। ਸਤਿਗੁਰੂ ਜੀ ਸਿੰਘਾਂ ਨਾਲ ਬੈਠੇ ਬਚਨ ਬਿਲਾਸ ਕਰ ਰਹੇ ਸਨ ਕਿ ਇੰਨੇ ਨੂੰ ਮਹੰਤ ਜੈਤ ਰਾਮ ਜੀ ਆਪਣੇ ਚੇਲਿਆਂ ਦੇ ਸਮੇਤ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਹਨ। ਰਸਤ ਉਚਾਏ ਸੰਗ ਸਭ, ਚਾਵਰ ਚੂਨ ਬਧਾਈ। ਬਹੁਤ ਸਾਰੀਆਂ ਰਸਤਾਂ ਬਸਤਾਂ ਜਿਨ੍ਹਾਂ ਵਿੱਚ ਖੰਡ ਹੈ, ਆਟਾ ਹੈ, ਚਾਵਲ ਹਨ। ਇਹ ਰਸਤ ਬਸਤ ਲੈ ਕੇ ਮਹੰਤ ਜੈਤ ਰਾਮ ਜੀ ਗੁਰੂ ਕੇ ਲੰਗਰਾਂ ਵਾਸਤੇ ਸਤਿਗੁਰਾਂ ਦੇ ਭੋਜਨ ਲਈ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਹਨ। ਚੌਪਈ ਕ੍ਰਿਤ ਮਿਸ਼ਟਾਨ ਆਨ ਕਰ ਖਰੀ। ਇਹਦੇ ਤੋਂ ਇਲਾਵਾ ਘਿਓ ਤੇ ਖੰਡ, ਗੁੜ ਆਦਿਕ ਮਿੱਠਾ ਉਹ ਵੀ ਲਿਆ ਕੇ ਸਤਿਗੁਰਾਂ ਦੇ ਸਨਮੁਖ ਰੱਖਿਆ ਹੈ। ਸਕਲ ਕਿਰਪਾ ਨਿਧ ਆਗੇ ਧਰੀ। ਇਹ ਸਾਰੀਆਂ ਰਸਤਾਂ ਬਸਤਾਂ ਸਤਿਗੁਰੂ ਕਿਰਪਾ ਨਿਧ ਸੁਆਮੀ ਜੀ ਦੇ ਚਰਨਾਂ ਵਿੱਚ ਮਹੰਤ ਜੈਤ ਰਾਮ ਜੀ ਨੇ ਲਿਆ ਕੇ ਹਾਜ਼ਰ ਕੀਤੀਆਂ ਹਨ। ਬ੍ਰਿੰਦ ਬਾਜ ਜਿਸ ਥਲ ਬੈਠਾਰੀ। ਜਿੱਥੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਹੁਤ ਸਾਰੇ ਬਾਜ ਬੈਠੇ ਸਨ ਅੱਡਿਆਂ ਦੇ ਉੱਤੇ। ਪਇਓ ਜੈਤ ਤਿਰ ਤਿਨੋ ਅਗਾਰੇ। ਮਹੰਤ ਜੈਤ ਰਾਮ ਜੀ ਸਤਿਗੁਰਾਂ ਦੇ ਬਾਜਾਂ ਦੇ ਜਾ ਕੇ ਸਨਮੁਖ ਖਲੋ ਗਏ ਨੇ। ਸਤਿਗੁਰੂ ਜੀ ਦੇ ਜਿੱਥੇ ਬਾਜ ਬੈਠੇ ਸਨ ਅੱਡਿਆਂ ਦੇ ਉੱਤੇ, ਉਹਨਾਂ ਬਾਜਾਂ ਦੇ ਸਾਹਮਣੇ ਮਹੰਤ ਜੈਤ ਰਾਮ ਜੀ ਹੱਥ ਜੋੜ ਕੇ ਖਲੋ ਗਏ। ਹੱਥ ਜੋੜ ਕਰ ਬਿਨੇ ਬਖਾਨੇ। ਔਰ ਬੜੇ ਸਤਿਕਾਰ ਨਾਲ ਹੱਥ ਜੋੜ ਕੇ ਉਹਨਾਂ ਬਾਜਾਂ ਨੂੰ ਮਹੰਤ ਜੈਤ ਰਾਮ ਜੀ ਬੇਨਤੀ ਕਰਕੇ ਬੋਲੇ, ਕਹਿਣ ਲੱਗੇ ਤੁਮ ਸਤਿਗੁਰ ਕੇ ਬਾਜ ਸੁਜਾਨੇ। ਆਖਿਆ ਕਿ ਹੇ ਗੁਰੂ ਕੇ ਬਾਜੋ, ਤੁਸੀਂ ਸਤਿਗੁਰੂ ਕਲਗੀਧਰ ਦੇ ਬਾਜ ਹੋ। ਤੁਸੀਂ ਦਸ਼ਮੇਸ਼ ਪਿਤਾ ਸਰਬੰਸਦਾਨੀ ਗੁਰੂ ਕਲਗੀਧਰ ਸੁਆਮੀ ਜੀ ਦੇ ਬਾਜ ਹੋ। ਪ੍ਰਥਮ ਜਨਮ ਕੀਏ ਕਰਮ ਭਲੇਰੇ। ਤੁਹਾਡੇ ਪਿਛਲੇ ਜਨਮਾਂ ਦੇ ਚੰਗੇ ਕਰਮ ਸਨ। ਤੁਸੀਂ ਆਪਣੇ ਪਿਛਲੇ ਜਨਮਾਂ 'ਚ ਚੰਗੀ ਸਾਧਨਾ ਭਗਤੀ ਬੰਦਗੀ ਕੀਤੀ ਸੀ।
ਚੰਗੇ ਕਰਮ ਕੀਤੇ ਸਨ, ਪੁੰਨ ਕਰਮ ਕੀਤੇ ਸਨ, ਜਿਸ ਤੇ ਕਰ ਸਪਰਸ਼ ਗੁਰ ਕੇਰੇ। ਇਸ ਦਾ ਫਲ ਤੁਹਾਨੂੰ ਇਸ ਜਨਮ 'ਚ ਪ੍ਰਾਪਤ ਹੋਇਆ ਕਿ ਤੁਹਾਨੂੰ ਕਲਗੀਧਰ ਜੀ ਦੇ ਹੱਥਾਂ ਦਾ ਸਪਰਸ਼ ਪ੍ਰਾਪਤ ਹੁੰਦਾ ਹੈ। ਤੁਸੀਂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਹੱਥਾਂ ਦੇ ਉੱਤੇ ਸੋਭਦੇ ਹੋ। ਮਹਾਰਾਜ ਜੀ ਤੁਹਾਨੂੰ ਆਪਣੇ ਹੱਥਾਂ ਨਾਲ ਸਪਰਸ਼ ਕਰਦੇ ਨੇ। ਇਹ ਤੁਹਾਡੇ ਪੂਰਬਲੇ ਜਨਮਾਂ ਦੇ ਕੀਤੇ ਚੰਗੇ ਕਰਮਾਂ ਦਾ ਪੁੰਨ ਹੈ, ਫਲ ਹੈ। ਇਹ ਸਾਧਨ ਕੋ ਲਖੋ ਸਥਾਨਾ। ਤੁਸੀਂ ਜਿੱਥੇ ਆਏ ਹੋ ਗੁਰੂ ਸਾਹਿਬ ਜੀ ਦੇ ਨਾਲ, ਇਹ ਸਾਡੇ ਸਾਧਾਂ ਦਾ ਥਾਂ ਹੈ। ਅਸੀਂ ਸਾਧ ਹਾਂ ਤੇ ਸਾਧੂਆਂ ਦੀ ਜਗ੍ਹਾ, ਸਾਧਾਂ ਦਾ ਸਥਾਨ ਹੈ। ਜਿਨੋ ਅਹਿੰਸਾ ਧਰਮ ਮਨ ਠਾਨਾ। ਜਿਹੜਾ ਇਹ ਸਾਧਾਂ ਦਾ ਥਾਂ ਹੈ, ਸਾਡੇ ਵਰਗੇ ਜਿਹੜੇ ਇੱਥੇ ਸਾਧ ਰਹਿੰਦੇ ਨੇ, ਸਾਡਾ ਧਰਮ ਅਹਿੰਸਾਵਾਦੀ ਹੈ। ਅਸੀਂ ਜੀਵਾਂ ਨੂੰ ਨਹੀਂ ਮਾਰਦੇ, ਅਸੀਂ ਜੀਵਾਂ ਦਾ ਸੰਘਾਰ ਨਹੀਂ ਕਰਦੇ, ਅਸੀਂ ਅਹਿੰਸਾਵਾਦੀ ਬਿਰਤੀ ਰੱਖਦੇ ਹਾਂ। ਵੈਸ਼ਨਵ ਸਾਡਾ ਮਤ ਹੈ। ਕਰਿਓ ਚਾਹੇ ਪ੍ਰਭ ਕੀ ਪਹੁਨਾਈ। ਪਰ ਸਾਡੀ ਰੀਝ ਹੈ ਕਿ ਕਲਗੀਧਰ ਜੀ ਸਾਡੇ ਕੋਲ ਆਏ ਨੇ ਤੇ ਅਸੀਂ ਉਹਨਾਂ ਦੀ ਪ੍ਰਾਹੁਣਾਚਾਰੀ ਕਰੀਏ। ਸਾਡੀ ਭਾਵਨਾ ਹੈ ਕਿ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਜੀ ਆਏ ਨੇ, ਅਸੀਂ ਉਹਨਾਂ ਦੀ ਪ੍ਰਾਹੁਣਾਚਾਰੀ ਕਰੀਏ, ਉਹਨਾਂ ਦੀ ਸੇਵਾ ਕਰੀਏ। ਤੁਮ ਲੋ ਰਹੀ ਬਾਤ ਅਬ ਆਈ। ਪਰ ਹੁਣ ਇਹ ਗੱਲ ਤੁਹਾਡੇ ਤੇ ਆਣ ਬਣੀ ਹੈ। ਕਲਗੀਧਰ ਜੀ ਦੀ ਪ੍ਰਾਹੁਣਾਚਾਰੀ ਤਾਂ ਹੋਣੀ ਹੈ ਜੇ ਪਹਿਲਾਂ ਤੁਸੀਂ ਸਾਨੂੰ ਪ੍ਰਵਾਨਗੀ ਦਿਓਗੇ। ਮੰਤ ਜੈਤ ਰਾਮ ਜੀ ਬਾਜਾਂ ਦੇ ਸਾਹਮਣੇ ਹੱਥ ਜੋੜੀ ਖਲੋਤੇ ਬੇਨਤੀ ਕਰਦੇ ਨੇ। ਕਹਿੰਦੇ ਸਾਡਾ ਮਨ ਕੀਤਾ ਹੈ ਕਿ ਅਸੀਂ ਸਤਿਗੁਰਾਂ ਦੀ ਪ੍ਰਾਹੁਣਾਚਾਰੀ ਕਰੀਏ, ਪਰ ਹੁਣ ਇਹ ਗੱਲ ਤੁਹਾਡੇ ਤੱਕ ਆਣ ਬਣੀ ਹੈ। ਅੰਨ ਆਹਾਰ ਆਜ ਤੁਮ ਕਰੀਏ। ਤੇ ਗੁਰਦੇਵ ਨੇ ਕਿਹਾ ਵੀ ਪਹਿਲਾਂ ਸਾਡੇ ਬਾਜ ਛਕਣਗੇ, ਫਿਰ ਅਸੀਂ ਛਕਾਂਗੇ। ਇਸ ਕਰਕੇ ਸਾਡੀ ਬੇਨਤੀ ਹੈ ਕਿ ਤੁਸੀਂ ਅੱਜ ਸਾਡੇ ਕੋਲੋਂ ਆ ਬਾਜਰੀ ਜਵਾਰ ਹੈ, ਇਹ ਜਿਹੜਾ ਅੰਨ ਹੈ ਸਾਡੇ ਕੋਲੋਂ ਅੱਜ ਇਹ ਅੰਨ ਪ੍ਰਵਾਨ ਕਰਕੇ ਛਕੋ। ਅੱਜ ਸਾਡੀ ਮਰਜ਼ੀ ਦਾ ਛਕ ਲਓ, ਅੱਗੇ ਰੋਜ਼ ਆਪਣੀ ਮਰਜ਼ੀ ਦਾ ਛਕਦੇ ਹੋ। ਅੱਜ ਸਾਡੀ ਮਰਜ਼ੀ ਦਾ ਜਿਹੜਾ ਅੰਨ ਹੈ ਉਹ ਤੁਸੀਂ ਅੰਗੀਕਾਰ ਕਰੋ। ਨੈ ਆਮਿਕ ਕੋ ਹਿਰਦੈ ਚਿਤਰੀਏ। ਅੱਜ ਤੁਸੀਂ ਮਾਸ ਦਾ ਫੁਰਨਾ ਨਾ ਕਰੋ, ਅੱਜ ਤੁਸੀਂ ਮਾਸ ਖਾਣ ਦੀ ਇੱਛਾ ਨਾ ਕਰੋ। ਸ਼੍ਰੀ ਦਾਦੂ ਕੋ ਆਏ ਭੰਡਾਰਾ। ਇਹ ਦਾਦੂ ਜੀ ਦਾ ਭੰਡਾਰਾ ਹੈ। ਦਾਦੂ ਜੀ ਬੜੇ ਮਹਾਪੁਰਸ਼ ਮਹਾਤਮਾ ਬੰਦਗੀ ਵਾਲੀ ਰੂਹ ਹੋਏ ਨੇ। ਇਹ ਭੰਡਾਰਾ ਉਹਨਾਂ ਦਾ ਹੈ। ਜਿਸ ਤੇ ਮਾਨਵ ਅਚੈ ਹਜ਼ਾਰਾ। ਦਾਦੂ ਜੀ ਦੇ ਇਸ ਭੰਡਾਰੇ ਵਿੱਚੋਂ ਸੈਂਕੜੇ ਜੀਵ ਭੋਜਨ ਛਕਦੇ ਨੇ, ਅੰਨ ਗ੍ਰਹਿਣ ਕਰਦੇ ਹਨ। ਹੁਤੀ ਜੁਆਰ ਬਾਕੁਰੀ ਜਏ। ਤੇ ਅੱਜ ਸਾਡੇ ਕੋਲੇ ਜਿਹੜਾ ਅੰਨ ਹੈ ਦਾਦੂ ਜੀ ਦੇ ਭੰਡਾਰ ਵਿੱਚ ਜਵਾਰ ਤੇ ਬਾਂਕਰੀ ਹੈ। ਇਹ ਜਿਹੜੀ ਬਾਜਰਾ ਆਦਿਕ ਇਹ ਸਾਡੇ ਕੋਲ ਹੈ, ਸਾਡੇ ਭੰਡਾਰੇ ਵਿੱਚ। ਇਮ ਕੈ ਅਗਰ ਬਖੇਰੀ ਸਏ। ਅੱਜ ਇਹਨੂੰ ਤੁਸੀਂ ਅੰਗੀਕਾਰ ਕਰੋ। ਏਦਾਂ ਕਹਿ ਕੇ ਮਹੰਤ ਜੈਤ ਰਾਮ ਜੀ ਨੇ ਜਿਹੜਾ ਉਹ ਬਾਜਰਾ ਤੇ ਜਵਾਰ ਸੀ ਉਹ ਬਾਜਾਂ ਦੇ ਅੱਗੇ ਢੇਰ ਲਾ ਦਿੱਤਾ। ਬਾਜਾਂ ਦੇ ਅੱਗੇ ਉਹ ਸਾਰੀਆਂ ਵਸਤੂਆਂ ਜਿਹੜੀਆਂ ਬਾਜਰਾ, ਜਵਾਰੀ, ਮੱਕੀ ਆਦਿਕ ਉਹ ਖਿਲਾਰ ਦਿੱਤੀ, ਚੋਗਾ ਜਿਵੇਂ ਪਾਈਦਾ ਹੈ। ਬਾਜਨ ਬਿਨੈ ਸਾਧ ਕੀ ਮਾਨੀ। ਮਹਾਰਾਜ ਜੀ ਦੀ ਖੇਡ ਵਰਤੀ। ਕਹਿੰਦੇ ਉਹਨਾਂ ਬਾਜਾਂ ਨੇ ਮਹੰਤ ਜੈਤ ਰਾਮ ਜੀ ਦੀ ਬੇਨਤੀ ਨੂੰ ਮੰਨ ਲਿਆ। ਮਹੰਤ ਜੈਤ ਰਾਮ ਜੀ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ। ਤਤ ਛਿਨ ਕੀਨ ਅੰਨ ਗਨ ਖਾਨੀ। ਤਤ ਛਿਨ ਉਸੇ ਵੇਲੇ ਬਾਜ ਜਿਹੜੇ ਜਿਵੇਂ ਕਬੂਤਰ ਨਹੀਂ ਚੁਗਦੇ ਹੁੰਦੇ, ਏਦਾਂ ਉਹ ਬਾਜ ਜਿਹੜੇ ਸਨ ਬਾਜਰਾ ਤੇ ਜਵਾਰੀ ਚੁਗਣ ਲੱਗ ਪਏ। ਹਾਲਾਂਕਿ ਬਾਜ ਮਰਦਾ ਮਰ ਜਾਏ, ਮਾਸ ਤੋਂ ਬਿਨਾਂ ਕਦੇ ਕੁਝ ਹੋਰ ਨਹੀਂ ਖਾਂਦਾ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਖੇਡ ਵਰਤੀ ਆ ਇੱਥੇ। ਸੀਹਾਂ ਬਾਜਾਂ ਚਰਗਾਂ ਕੋਹੀਆਂ ਇਹਨਾਂ ਖਵਾਲੇ ਘਾਹਾ ਦੀ ਖੇਡ ਵਰਤੀ ਹੈ। ਉਹ ਬਾਜਰਾ ਤੇ ਜਵਾਰ ਜਿਹੜੇ ਨੇ ਉਹ ਬਾਜ ਚੁਗਣ ਲੱਗ ਪਏ। ਕਿਤਕ ਸਿੰਘ ਅਵਲੋਕਤ ਗਏ। ਕੁਝ ਸਿੰਘ ਖਲੋਤੇ ਵੇਖ ਰਹੇ ਸਨ। ਜਦੋਂ ਉਹਨਾਂ ਨੇ ਵੇਖਿਆ ਤੇ ਕਲਗੀਧਰ ਜੀ ਦੇ ਕੋਲ ਉਹ ਸਿੰਘ ਆਏ। ਸਕਲ ਪ੍ਰਸੰਗ ਸੁਨਾਵਤ ਭਏ। ਕਲਗੀਧਰ ਸੁਆਮੀ ਜੀ ਨੂੰ ਆ ਕੇ ਸਿੰਘਾਂ ਨੇ ਸਾਰਾ ਪ੍ਰਸੰਗ ਸੁਣਾਇਆ। ਮਹਾਰਾਜ ਜੀ ਨੂੰ ਆ ਕੇ ਦੱਸਿਆ। ਪ੍ਰਭ ਜੀ
ਬਾਜਨ ਅਚੀ ਜੁਆਰੀ। ਕਹਿਣ ਲੱਗੇ ਸਤਿਗੁਰੂ ਜੀ ਅਸਚਰਜ ਖੇਡ ਵਰਤੀ ਹੈ, ਅੱਜ ਤੁਹਾਡੇ ਬਾਜਾਂ ਨੇ ਜਵਾਰ ਖਾਧੀ ਆ ਮਹਾਰਾਜ। ਉਹ ਤਾਂ ਜਵਾਰੀ ਖਾ ਰਹੇ ਨੇ, ਉਹ ਤਾਂ ਜਵਾਰ ਦੇ ਦਾਣੇ ਚੁਗ ਰਹੇ ਨੇ, ਖਾ ਰਹੇ ਨੇ। ਜੈਤ ਸਾਧ ਜਬ ਬਿਨੈ ਉਚਾਰੀ। ਜਦੋਂ ਮਹੰਤ ਜੈਤ ਰਾਮ ਜੀ ਨੇ ਬਾਜਾਂ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ, ਸੁਨ ਮੁਸਕਾਏ ਗੁਰੂ ਤਬ ਭਾਖਾ। ਤੇ ਬਾਜਾਂ ਨੇ ਜਵਾਰੀ ਖਾਣੀ ਸ਼ੁਰੂ ਕਰ ਦਿੱਤੀ। ਸੁਣ ਕੇ ਕਲਗੀਧਰ ਜੀ ਮੁਸਕਰਾ ਪਏ, ਹੱਸ ਪਏ ਤੇ ਮੁਸਕਰਾ ਕੇ ਮਹਾਰਾਜ ਜੀ ਬੋਲੇ, ਰਸਤ ਦੇਗ ਕੀ ਲਿਓ ਅਬਿਲਾਖਾ। ਮਹਾਰਾਜ ਜੀ ਨੇ ਆਖਿਆ ਮਹੰਤ ਜੈਤ ਰਾਮ ਜੀ ਜਿਹੜੀ ਰਸਤ ਲਿਆਏ ਨੇ ਲੰਗਰ ਲਈ, ਉਹ ਪ੍ਰਵਾਨ ਕਰ ਲੋ, ਇਹਨਾਂ ਦੀ ਅਬਿਲਾਖਾ ਪੂਰੀ ਕਰੋ। ਜਿਹੜੀ ਉਹ ਰਸਤ ਬਸਤ ਲਿਆਏ ਨੇ ਲੰਗਰ ਵਾਸਤੇ, ਉਹ ਪ੍ਰਵਾਨ ਕਰ ਲੋ। ਇੱਥੇ ਗਰੀਬ ਨਵਾਜ ਜੀ ਨੇ ਮਹੰਤ ਜੈਤ ਰਾਮ ਜੀ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਨੇ, ਉਹਨਾਂ ਦੀ ਜਿਹੜੀ ਧਾਰਮਿਕ ਆਸਥਾ ਹੈ, ਉਹਦੇ ਤੇ ਕਿਸੇ ਪ੍ਰਕਾਰ ਦਾ ਆਹਤ ਨਹੀਂ ਕੀਤਾ ਕਿ ਨਹੀਂ ਮਹੰਤ ਜੀ ਸਾਨੂੰ ਤਾਂ ਤੁਸੀਂ ਸਾਡੇ ਬਾਜਾਂ ਨੂੰ ਮਾਸ ਹੀ ਖਵਾਓ। ਪਤਾ ਸੀ ਵੀ ਉਹਨਾਂ ਦੀ ਮਾਨਯਤਾ ਹੈ, ਉਹ ਮਾਸ ਦਾ ਸੇਵਨ ਨਹੀਂ ਕਰਦੇ। ਮਹਾਰਾਜ ਜੀ ਨੇ ਉਹਨਾਂ ਦੀਆਂ ਉਹ ਮਾਨਯਤਾਵਾਂ ਦਾ, ਉਹਨਾਂ ਦੀ ਉਸ ਧਾਰਨਾ ਦਾ ਸਤਿਕਾਰ ਕੀਤਾ ਹੈ ਕਲਗੀਧਰ ਪਾਤਸ਼ਾਹ ਜੀ ਨੇ। ਤੋ ਇਸ ਪ੍ਰਕਾਰ ਨਾਲ ਹੁਕਮ ਕੀਤਾ ਕਿ ਜੋ ਭੰਡਾਰੇ ਲਈ ਰਸਤ ਬਸਤ ਲਿਆਏ ਨੇ ਲੰਗਰਾਂ ਲਈ, ਉਹ ਰਸਤ ਬਸਤ ਮਹੰਤ ਜੈਤ ਰਾਮ ਜੀ ਦੀ ਪ੍ਰਵਾਨ ਕਰਕੇ ਉਹਨਾਂ ਦੀ ਅਬਿਲਾਖਾ ਪੂਰੀ ਕਰੋ। ਆਨ ਜੈਤ ਸਗਰੀ ਤਬ ਦਈ। ਮਹੰਤ ਜੈਤ ਰਾਮ ਜੀ ਨੇ ਸਾਰੀ ਰਸਤ ਬਸਤ ਲਿਆ ਕੇ ਮਹਾਰਾਜ ਜੀ ਨੂੰ ਭੇਟ ਕੀਤੀ। ਜਿਤਕ ਲਾਂਗਰੀ ਗੁਰ ਕੇ ਲਈ। ਲਾਂਗਰੀ ਨੂੰ ਜਿੰਨੀ ਕੁ ਲੋੜ ਸੀ ਲੰਗਰ ਵਾਸਤੇ, ਰਸਤ ਬਸਤ ਦੀ ਜ਼ਰੂਰਤ ਸੀ, ਓਨੀ ਕੁ ਰਸਤ ਬਸਤ ਲਾਂਗਰੀ ਸਿੰਘ ਨੇ ਮਹੰਤ ਜੈਤ ਰਾਮ ਜੀ ਪਾਸੋਂ ਲੈ ਲਈ। ਕਰਿਓ ਤਿਆਰ ਲੰਗਰ ਤਤਕਾਲਾ। ਤਾਤਕਾਲ ਲਾਂਗਰੀ ਸਿੰਘ ਨੇ ਮਹਾਰਾਜ ਜੀ ਦੀ ਆਗਿਆ ਪ੍ਰਾਪਤ ਕਰਕੇ ਲੰਗਰ ਤਿਆਰ ਕੀਤਾ। ਅੱਜ ਦੇ ਲੰਗਰ ਵਿੱਚ ਜਿੰਨਾ ਲੰਗਰ ਪੱਕਿਆ ਹੈ, ਇਹਦੇ ਲਈ ਜਿੰਨਾ ਕੱਚਾ ਸਿੱਧਾ ਆਇਆ ਹੈ, ਚਾਹੇ ਉਹ ਘਿਓ ਹੈ, ਖੰਡ ਹੈ, ਚਾਵਲ ਨੇ, ਆਟਾ ਹੈ, ਚਾਹੇ ਕੋਈ ਸਬਜ਼ੀ ਭਾਜੀ ਜਾਂ ਦਾਲ ਹੈ, ਉਹ ਸਾਰੀ ਰਸਤ ਬਸਤ ਅੱਜ ਮਹੰਤ ਜੈਤ ਰਾਮ ਜੀ ਵੱਲੋਂ ਆਈ ਹੈ। ਉਹਦਾ ਲੰਗਰ ਮਹਾਰਾਜ ਜੀ ਦੇ ਲਾਂਗਰੀ ਸਿੰਘ ਨੇ ਤਿਆਰ ਕੀਤਾ। ਪ੍ਰਥਮ ਪਰੋਸਿਓ ਥਾਲ ਵਿਸਾਲਾ। ਸਭ ਤੋਂ ਪਹਿਲਾਂ ਵੱਡਾ ਥਾਲ ਮਹਾਰਾਜ ਗੁਰੂ ਕਲਗੀਧਰ ਜੀ ਲਈ ਪਰੋਸਿਆ। ਵੱਡਾ ਥਾਲ, ਉਹਦੇ ਵਿੱਚ ਮਹਾਰਾਜ ਜੀ ਲਈ ਸਾਰੇ ਪਕਵਾਨ ਪਰੋਸੇ ਹਨ। ਸਕਲ ਆਹਾਰ ਪਾਏ ਸਮੁਦਾਏ। ਵੱਡੇ ਥਾਲ ਵਿੱਚ ਸਾਰੇ ਆਹਾਰ, ਜੋ ਜੋ ਲੰਗਰ ਵਿੱਚ ਬਣਿਆ ਸੀ, ਜੋ ਜੋ ਵੀ ਵਸਤੂ ਬਣੀ ਸੀ, ਉਹ ਸਾਰੀਆਂ ਵਸਤੂਆਂ, ਉਹ ਸਾਰੇ ਪਦਾਰਥ ਥਾਲ ਦੇ ਵਿੱਚ ਪਰੋਸੇ ਹਨ। ਕਿਰਪਾ ਨਿਧਾਨ ਹੇਤ ਸੋ ਲਿਆਏ। ਔਰ ਥਾਲ ਨੂੰ ਉੱਤੋਂ ਸਾਫ਼ ਜੇ ਰੁਮਾਲ ਨਾਲ ਢੱਕ ਕੇ, ਨਾਲ ਜਲ ਲੈ ਕੇ, ਬੜੇ ਅਦਬ ਨਾਲ ਸਤਿਕਾਰ ਨਾਲ ਲਾਂਗਰੀ ਸਿੰਘ ਜੀ ਉਹ ਥਾਲ ਪਹਿਲਾਂ ਕਲਗੀਧਰ ਜੀ ਕੋਲ ਲੈ ਕੇ ਆਏ। ਇਹ ਮਰਿਆਦਾ ਹੈ ਪੰਥ ਦੀ। ਹੁਣ ਵੀ ਗੁਰੂ ਕੇ ਲੰਗਰ ਤਿਆਰ ਹੁੰਦੇ ਹੈ, ਪਹਿਲਾ ਲੰਗਰ ਦਾ ਥਾਲ ਸਜ ਕੇ ਮਹਾਰਾਜ ਜੀ ਨੂੰ ਪ੍ਰਵਾਨ ਕਰਾਇਆ ਜਾਂਦਾ ਹੈ, ਕਿਰਪਾਨ ਭੇਟ ਕੀਤਾ ਜਾਂਦਾ, ਭੋਗ ਲਵਾਇਆ ਜਾਂਦਾ। ਤੋਂ ਬਾਅਦ ਵਿੱਚ ਸਾਰੀ ਸੰਗਤ ਵਿੱਚ ਵਰਤਦਾ ਇਹ ਮਰਿਆਦਾ ਹੈ, ਚਾਹੇ ਉਹ ਕੜਾ ਪ੍ਰਸ਼ਾਦ ਦੀ ਦੇਗ ਹੋਵੇ, ਚਾਹੇ ਲੰਗਰ ਵਿੱਚ ਪ੍ਰਸ਼ਾਦਾ ਹੋਵੇ। ਤੋਂ ਵੱਡਾ ਥਾਲ ਪਰੋਸ ਕੇ ਬੜੇ ਸਤਿਕਾਰ ਨਾਲ ਲਾਂਗਰੀ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਲੈ ਕੇ ਹਾਜ਼ਰ ਹੋਏ। ਅਚਿਓ ਜਥਾ ਰੁਚ ਥਾਲ ਉਠਾਇਓ। ਮਹਾਰਾਜ ਜੀ ਨੇ ਉਹ ਥਾਲ ਆਪਣੇ ਪਾਸ ਰੱਖਿਆ, ਟਿਕਾਇਆ ਅੱਗੇ ਪੀੜੀ ਦੇ ਉੱਤੇ, ਔਰ ਜਿੰਨੀ ਲੋੜ ਸੀ, ਰੁਚੀ ਸੀ, ਉਹਦੇ ਮੁਤਾਬਕ ਸਤਿਗੁਰਾਂ ਨੇ ਭੋਜਨ ਛਕ ਕੇ ਥਾਲ ਚੁਕਵਾਇਆ ਹੈ। ਪੁਨ ਸਭ ਸਿੰਘਨ ਮੈਂ ਵਰਤਾਇਓ। ਫਿਰ ਬਾਅਦ ਵਿੱਚ ਸਾਰੇ ਸਿੰਘਾਂ ਦੇ ਵਿੱਚ ਲੰਗਰ ਪ੍ਰਸ਼ਾਦਾ ਵਰਤਾਇਆ ਗਿਆ। ਮਨ ਭਾਵਤ ਅਚ ਛੁਦਾ ਮਿਟਾਈ। ਜਿੰਨਾ ਜਿੰਨਾ ਕਿਸੇ ਨੂੰ ਲੋੜ ਸੀ, ਮਨ ਭਾਉਂਦਾ ਭੋਜਨ ਸਾਰੇ ਸਿੰਘਾਂ ਨੇ ਛਕਿਆ ਔਰ ਆਪਣੀ ਭੁੱਖ ਦੀ ਨਿਰਵਿਰਤੀ ਕੀਤੀ ਹੈ। ਸੁਪਤ ਜਤਾ ਸੁਖ ਨਿਸਾ ਬਿਤਾਈ। ਰਾਤ ਪੈ ਗਈ ਸੀ, ਸਤਿਗੁਰਾਂ ਨੇ ਰਾਤ ਸੁਖਾਸਣਾ ਤੇ ਬਿਰਾਜੇ ਨੇ ਔਰ ਰਾਤ ਬਤੀਤ ਕੀਤੀ ਹੈ। ਸ਼ਰਮਤ ਸਾਤ ਕੋ ਜਾਨ ਕਿਰਪਾਲਾ। ਸਤਿਗੁਰੂ ਜੀ ਨੇ ਵੇਖਿਆ ਕਿ ਨਾਲ ਦੇ ਸੰਗੀ ਤੇ ਵਹੀਰ ਥੱਕੇ ਹੋਏ ਨੇ, ਦਮਦਮਾ ਸਾਹਿਬ ਤੋਂ ਚੱਲੇ ਨੇ, ਚੱਲ ਸੋ ਚਾਲੀ ਨੇ।
ਇਸ ਕਰਕੇ ਲੰਮਾ ਪੈਂਡਾ ਤੈਅ ਕਰਕੇ ਆਏ। ਮਹਾਰਾਜ ਜੀ ਨੇ ਵੇਖਿਆ ਸਾਥੀ ਥੱਕੇ ਹੋਏ ਨੇ। ਕਰਿਓ ਮੁਕਾਮ ਹੀਰ ਸੁਰਸਾਲਾ। ਮਹਾਰਾਜ ਜੀ ਨੇ ਇੱਕ ਦਿਨ ਹੋਰ ਇਸ ਜਗ੍ਹਾ ਦੇ ਉੱਤੇ ਵਧੀਆ ਭਲਾ ਥਾਂ ਵੇਖ ਕੇ ਡੇਰਾ ਕੀਤਾ। ਨਿਕਟ ਨਿਕਟ ਕੇ ਨਰ ਗਨ ਆਏ। ਨੇੜੇ ਤੇੜੇ ਦੇ ਨਗਰਾਂ ਦੇ ਲੋਕ ਜਿਨ੍ਹਾਂ ਨੂੰ ਮਹਾਰਾਜ ਜੀ ਦੀ ਮਹਿਮਾ ਦਾ ਪਤਾ ਸੀ, ਉਹ ਸਾਰੇ ਚੱਲ ਕੇ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਆਏ ਨੇ। ਦਰਸ਼ਨ ਕਰ ਕਰ ਸੀਸ ਨਿਵਾਏ। ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਕਰ ਕਰਕੇ ਮਹਾਰਾਜ ਜੀ ਦੇ ਚਰਨਾਂ 'ਚ ਸੀਸ ਝੁਕਾਉਂਦੇ ਨੇ, ਮੱਥਾ ਟੇਕਦੇ ਨੇ। ਸਾਧਨ ਸੁਧ ਸੰਵਾਦ ਸੁਧਾਰਾ। ਜਿਹੜੇ ਸਾਧੂ ਹਨ ਉਹ ਆ ਕੇ ਮਹਾਰਾਜ ਜੀ ਦੇ ਨਾਲ ਸ਼ੁੱਧ ਸੰਵਾਦ ਕਰਦੇ ਨੇ, ਬ੍ਰਹਮ ਦੀ ਵਿਚਾਰ ਕਰਦੇ ਨੇ। ਆਤਮ ਨਿਰਣੈ ਦੀ ਬਾਤ ਮਹਾਰਾਜ ਜੀ ਦੇ ਚਰਨਾਂ 'ਚ ਕਰਦੇ ਹਨ। ਮੁਦਤ ਹੋਤ ਬੋ ਸੁਜਾਸੇ ਉਚਾਰਾ। ਔਰ ਮੁਕਤ ਹੋਣ ਵਾਸਤੇ ਮਹਾਰਾਜ ਜੀ ਦਾ ਸੁਜਸ ਕਰਦੇ ਹਨ, ਸਤਿਗੁਰਾਂ ਦੀ ਮਹਿਮਾ ਕਰਦੇ ਹਨ। 100 ਦਿਨ ਜਾਮਨ ਤਹਾਂ ਬਿਤਾਈ। ਇਹ ਤਾਂ ਅਗਲਾ ਦਿਨ ਤੇ ਰਾਤ ਵੀ ਸਤਿਗੁਰੂ ਜੀ ਨੇ ਨਰੈਣੇ ਬਤੀਤ ਕੀਤੀ, ਯਾਨੀ ਕਿ 2 ਰਾਤਾਂ ਸਤਿਗੁਰੂ ਜੀ ਨੇ ਇੱਥੇ ਬਤੀਤ ਕੀਤੀਆਂ। ਕਈ ਪ੍ਰਾਤ ਤਿਆਰੀ ਕਰਵਾਈ। ਅਗਲਾ ਦਿਨ ਚੜਿਆ ਤੇ ਇੱਥੋਂ ਅੱਗੇ ਕੂਚ ਕਰਨ ਦੀ ਸਤਿਗੁਰੂ ਜੀ ਨੇ ਤਿਆਰੀ ਕਰਵਾਈ। ਸਤਿਗੁਰ ਬਸਤਰ ਸ਼ਸਤਰ ਕੋ ਪਹਿਰੇ। ਸੋਹਣੇ ਬਸਤਰ, ਸੋਹਣੇ ਸ਼ਸਤਰ ਬਾਜਾਂ ਵਾਲੇ ਗੁਰੂ ਕਲਗੀਧਰ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹਨ। ਹਿਆ ਅਰੋ ਆਸਨ ਪਰ ਠਹਿਰੇ। ਸੁੰਦਰ ਘੋੜੇ ਦੀ ਕਾਠੀ ਦੇ ਉੱਤੇ ਮਹਾਰਾਜ ਜੀ ਸਵਾਰ ਹੋਏ ਹਨ। ਦਲ ਸਮੇਤ ਕਰ ਕੂਚ ਸਿਧਾਰੇ। ਔਰ ਆਪਣੇ ਸਾਰੇ ਦਲ ਸਮੇਤ, ਫੌਜਾਂ ਸਮੇਤ ਮਹਾਰਾਜ ਜੀ ਨੇ ਕੂਚ ਕੀਤਾ ਹੈ। ਇੱਥੋਂ ਅੱਗੇ ਨੂੰ ਚਾਲੇ ਮਾਰੇ ਹਨ। ਪਹੁੰਚੇ ਕਿਤਕ ਕੋਸ ਦਿਨ ਸਾਰੇ। ਏਦਾਂ ਕੁਝ ਕੁ ਕੋਹ ਦਾ ਪੈਂਡਾ ਤੈਅ ਕੀਤਾ ਸਾਰਾ ਦਿਨ ਚਲਦਿਆਂ। ਲਾਲੀ ਨਗਰ ਪਹੁੰਚੇ ਜਾਏ। ਇੱਕ ਲਾਲੀ ਨਗਰ ਹੈ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚੇ ਹਨ। ਵੱਡੀ ਮਜਲ ਕਰ ਗਏ ਸੁਥਾਏ। ਔਰ ਵੱਡੀ ਮੰਜ਼ਲ ਤੈਅ ਕਰਕੇ ਸਤਿਗੁਰੂ ਜੀ ਇੱਥੇ ਆਏ ਨੇ। ਲੰਮਾ ਪੈਂਡਾ ਤਕਰੀਬਨ ਸਾਰਾ ਦਿਨ ਹੀ ਤੈਅ ਕਰਦੇ ਆਏ ਨੇ। ਖਾਨ ਪਾਨ ਕਰ ਨਿਸਾ ਗੁਜ਼ਾਰੀ। ਰਾਤ ਪੈ ਚੁੱਕੀ ਸੀ, ਲੰਗਰ ਪ੍ਰਸ਼ਾਦਾ ਛਕ ਕੇ ਲਾਲੀ ਨਗਰ ਦੇ ਵਿੱਚ ਰਾਤ ਬਤੀਤ ਕੀਤੀ। ਪਈ ਪ੍ਰਾਤ ਕੀ ਅਸੇ ਅਸਵਾਰੀ। ਅਗਲਾ ਦਿਨ ਚੜਿਆ, ਲੋ ਲੱਗੀ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੋਂ ਅੱਗੇ ਨੂੰ ਕੂਚ ਕੀਤਾ। ਪੰਥ ਪਿਆਨਤ ਉਲੰਘੇ ਦੇਸ਼। ਔਰ ਪੈਂਡਾ ਤੈਅ ਕਰਦਿਆਂ ਕਰਦਿਆਂ ਮਹਾਰਾਜ ਮਾਰਵਾੜ ਦੇ ਇਸ ਦੇਸ਼ ਨੂੰ ਲੰਘ ਰਹੇ ਹਨ, ਜਾ ਰਹੇ ਨੇ। ਜਾਤ ਬਿਲੋਕਤ ਗ੍ਰਾਮ ਵਿਸ਼ੇਸ਼। ਰਸਤੇ ਵਿੱਚ ਬਹੁਤ ਸਾਰੇ ਨਗਰਾਂ ਨੂੰ, ਗ੍ਰਾਮਾਂ ਨੂੰ, ਪਿੰਡਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੇਖਦੇ ਜਾ ਰਹੇ ਨੇ। ਸ਼੍ਰਮਤ ਬਹੀਰ ਪਹੁੰਚੇ ਤਾਂ। ਔਰ ਚਲਦਿਆਂ ਚਲਦਿਆਂ ਕਹਿੰਦੇ ਬਹੀਰ ਥੱਕ ਗਿਆ, ਲੰਮਾ ਪੈਂਡਾ ਤੈਅ ਕਰਕੇ ਆਏ ਨੇ। ਪੁਰ ਮਗਰੋਦਾ ਸੁਨੀਅਤ ਜਹਾਂ। ਮਗਰੌਦਾ ਨਾਮ ਦਾ ਇੱਕ ਨਗਰ ਸੁਣਿਆ ਜਾਂਦਾ, ਇੱਧਰ ਹੀ ਮਾਰਵਾੜ ਦੇ ਇਲਾਕੇ 'ਚ, ਰਾਜਸਥਾਨ 'ਚ। ਮਗਰੌਦੇ ਨਗਰ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚੇ ਹਨ। ਉਤਰ ਪਰੇ ਪ੍ਰਭ ਸਿਵਰ ਲਗਾਇਓ। ਇੱਥੇ ਸਤਿਗੁਰੂ ਜੀ ਨੇ ਉਤਾਰਾ ਕੀਤਾ ਤੇ ਡੇਰਾ ਕੀਤਾ ਹੈ। ਸਨੇ ਸਨੇ ਸਭ ਸਾਥ ਸੁਆਇਓ। ਇਹਨੇ ਨੂੰ ਮਹਾਰਾਜ ਜੀ ਦੇ ਜਿੰਨੇ ਸੰਗੀ ਨੇ, ਸਾਥੀ ਨੇ, ਉਹ ਵੀ ਪਿੱਛੋਂ ਹੌਲੇ ਹੌਲੇ ਚਲਦੇ ਚਲਦੇ ਮਗਰੌਦੇ ਨਗਰ ਆ ਪਹੁੰਚੇ ਹਨ। ਖਾਨ ਪਾਨ ਕਰ ਬਿਸਮ੍ਰਤ ਹੋਏ। ਤੇ ਖਾਨ ਪਾਨ ਛਕਿਆ, ਲੰਗਰ ਪ੍ਰਸ਼ਾਦਾ ਸਭ ਨੇ ਛਕਿਆ ਤੇ ਵਿਸ਼ਰਾਮ ਕੀਤਾ। ਕਰੀ ਅਰਜ਼ ਮਿਲ ਕੇ ਸਭ ਕੋਏ। ਔਰ ਇਹਨਾਂ ਸਾਰੇ ਸਿੰਘਾਂ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਮਗਰੌਦੇ ਨਗਰ ਬੇਨਤੀ ਕੀਤੀ। ਦੀਰਗ ਮਜ਼ਲ ਪਈ ਏਦੋ। ਮਹਾਰਾਜ ਜੀ 2 ਮੰਜ਼ਲਾਂ ਬੜੀਆਂ ਲੰਮੀਆਂ ਹੋ ਗਈਆਂ ਨੇ, ਨਰਾਇਣੇ ਤੋਂ ਲਾਲੀਪੁਰ ਤੱਕ ਤੇ ਲਾਲੀਪੁਰ ਤੋਂ ਮਗਰੌਦੇ ਤੱਕ ਮਹਾਰਾਜ ਬੜੀ ਲੰਮੀ ਮੰਜ਼ਲ ਹੋ ਗਈ ਹੈ। ਬੜਾ ਲੰਮਾ ਪੈਂਡਾ ਤੈਅ ਕੀਤਾ ਆਪ ਜੀ ਦੇ ਨਾਲ ਫੌਜਾਂ ਨੇ। ਸ਼੍ਰਮਤ ਬਹੀਰ ਵਿਖੇ ਸਭ ਕੋ। ਉਹ ਮਹਾਰਾਜ ਵਹੀਰ ਵਿੱਚ ਸਾਰੇ ਇਸ ਵੇਲੇ ਥੱਕ ਗਏ ਨੇ, ਘੋੜੇ ਥੱਕ ਗਏ ਨੇ, ਸਵਾਰ ਥੱਕ ਗਏ ਨੇ, ਲੰਮਾ ਪੈਂਡਾ ਤੈਅ ਕਰਕੇ ਆਏ ਨੇ। ਸਫ਼ਰ ਕਰਨਾ ਕਿਹੜਾ ਸੌਖਾ ਹੁੰਦਾ ਹੈ। ਫਿਰ ਇੰਨਾ ਲੰਮਾ ਪੈਂਡਾ ਤੈਅ ਕਰਨਾ, ਕਈ ਖੋਹਾਂ ਦਾ, ਘੋੜਿਆਂ ਦੇ ਉੱਤੇ ਸਵਾਰ ਹੋ ਕੇ, ਬਹੁਤੇ ਵਿੱਚ ਪੈਦਲ ਵੀ ਸੀ।
ਜਿਹੜੇ ਪੈਦਲ ਮਜਲ ਮਾਰ ਕੇ ਆਏ ਨੇ ਉਹਨਾਂ ਵਾਸਤੇ ਕਿੰਨੀ ਔਖਿਆਈ ਹੋਣੀ ਹੈ। ਚਲੋ ਘੋੜ ਸਵਾਰਾਂ ਨੂੰ ਤਾਂ ਥੋੜਾ ਸੁਖਾਲਾ ਹੋਵੇਗਾ, ਜਿਹੜੇ ਪੈਦਲ ਆਉਂਦੇ ਸਨ ਉਹਨਾਂ ਲਈ ਔਖਾ ਸੀ। ਮਹਾਰਾਜ ਜੀ ਨੂੰ ਕਹਿੰਦੇ ਸਤਿਗੁਰੂ ਜੀ ਬੜਾ ਲੰਮਾ ਪੈਂਡਾ, ਪਿੱਛੋਂ 2 ਮੰਜ਼ਲਾਂ ਜਿਹੜੀਆਂ ਨੇ ਉਹ ਤੈਅ ਕੀਤੀਆਂ ਨੇ, ਤੇ ਇਸ ਕਰਕੇ ਸਾਰੀਆਂ ਫੌਜਾਂ ਤੇ ਵਹੀਰ ਜਿਹੜਾ ਉਹ ਇਸ ਵੇਲੇ ਬਹੁਤ ਜ਼ਿਆਦਾ ਥੱਕ ਚੁੱਕਾ ਹੈ। ਜਿਮ ਨਿਭਾਏ ਵੱਡ ਛੋਟੇ ਸਾਥ। ਮਹਾਰਾਜ ਜੀ ਆਪ ਜੀ ਇਸ ਢੰਗ ਨਾਲ ਚੱਲੀਏ, ਅੱਗੇ ਲੰਮਾ ਪੈਂਡਾ ਦੱਖਣ ਤੱਕ ਜਾਣ ਦਾ, ਵੀ ਵੱਡੇ ਛੋਟੇ ਸਾਰੇ ਸੌਖੇ ਢੰਗ ਨਾਲ ਆਪ ਜੀ ਨਾਲ ਚੱਲ ਸਕਣ, ਇੰਨਾ ਕੁ ਪੈਂਡਾ ਤੈਅ ਕਰਿਆ ਕਰੀਏ ਰੋਜ਼ ਦਾ। ਮਾਰਗ ਗਮਨ ਕਰੋ ਤਿਮਨਾਥ। ਮਹਾਰਾਜ ਜੀ ਉਹਨਾਂ ਕੁ ਸਫ਼ਰ ਕਰੋ ਜਿਹੜਾ ਸੌਖੇ ਢੰਗ ਨਾਲ ਪੈਦਲ ਜਿਹੜੇ ਚੱਲ ਕੇ ਆਉਂਦੇ ਉਹਨਾਂ ਲਈ ਵੀ ਸੌਖਾ ਹੋਵੇ। ਘੋੜ ਸਵਾਰ ਤਾਂ ਚਲੋ ਆ ਜਾਂਦੇ ਆ, ਪਰ ਜਿਹੜੇ ਪੈਦਲ ਨੇ ਮਹਾਰਾਜ ਉਹਨਾਂ ਲਈ ਔਖਿਆਈ ਹੈ। ਤੇ ਆਪ ਜੀ ਰੋਜ਼ ਦਾ ਉਹਨਾਂ ਕੀ ਪੈਂਡਾ ਤੈਅ ਕਰੋ ਜਿਹਦੇ ਨਾਲ ਪੈਦਲ ਤੇ ਘੋੜ ਸਵਾਰ ਸਾਰੇ ਛੋਟੇ ਵੱਡੇ ਜਿੰਨੇ ਵੀ ਨੇ ਉਹ ਇੱਕ ਸਾਰ ਪੈਂਡਾ ਤੈਅ ਕਰਕੇ ਸੁਖਾਲੇ ਤਰੀਕੇ ਨਾਲ ਆ ਸਕਣ। ਸੁਨ ਸ਼੍ਰੀ ਮੁਖ ਤੇ ਸਬਨ ਸੁਨਾਇਓ। ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਿੰਘਾਂ ਦੀ ਬੇਨਤੀ ਸੁਣ ਕੇ ਬੋਲੇ, ਫਰਮਾਏ, ਕਹਿਣ ਲੱਗੇ, ਸਿਵਰ ਉਚਿਤ ਦਲ ਪੰਥ ਨ ਪਾਇਓ। ਮਹਾਰਾਜ ਜੀ ਕਹਿੰਦੇ ਸਿੰਘੋ ਵੀ ਰਸਤੇ 'ਚ ਕੋਈ ਇਹੋ ਜਿਹਾ ਟਿਕਾਣਾ ਮਿਲਿਆ ਹੀ ਨਹੀਂ ਜਿੱਥੇ ਡੇਰਾ ਕਰਦੇ ਯੋਗ ਨਹੀਂ ਸੀ ਕੋਈ ਥਾਂ। ਜੇ ਲੰਮੀਆਂ ਮੰਜ਼ਲਾਂ ਤਾਂ ਤੈਅ ਕੀਤੀਆਂ ਨੇ ਕਿਉਂਕਿ ਰਸਤੇ ਵਿੱਚ ਕੋਈ ਏਦਾਂ ਦਾ ਟਿਕਾਣਾ ਨਹੀਂ ਮਿਲਿਆ ਜਿੱਥੇ ਡੇਰਾ ਕਰ ਸਕੀਏ। ਜਾਂ ਤੇ ਮਜ਼ਲਾਂ ਦੀਰਘ ਦੋਏ। ਇਸ ਕਰਕੇ 2 ਮੰਜ਼ਲਾਂ ਲੰਮੀਆਂ ਆਪਾਂ ਨੂੰ ਤੈਅ ਕਰਨੀਆਂ ਪਈਆਂ ਨੇ, ਮਜਬੂਰੀ ਸੀ, ਕਿਉਂਕਿ ਰਸਤੇ ਵਿੱਚ ਉੱਥੇ ਹੀ ਡੇਰਾ ਕਰ ਸਕਦੇ ਸੀ ਜਿੱਥੇ ਜਲ ਪਾਣੀ ਦਾ ਪਹਿਰਾ ਹੋਵੇ। ਤੋ ਇਧਰਲੇ ਇਲਾਕੇ 'ਚ ਉਦਾਂ ਰਾਜਸਥਾਨ ਦੇ ਇਲਾਕੇ 'ਚ ਪਾਣੀ ਦੀ ਵੀ ਕਮੀ ਸੀ। ਤੋ ਮਹਾਰਾਜ ਜੀ ਕਹਿੰਦੇ ਸਾਨੂੰ ਮਜਬੂਰੀ ਕਰਕੇ 2 ਲੰਮੇ ਪੈਂਡੇ ਤੈਅ ਕਰਨੇ ਪਏ ਨੇ 2 ਦਿਨ, ਕਿਉਂਕਿ ਰਸਤੇ ਵਿੱਚ ਕੋਈ ਚੰਗਾ ਟਿਕਾਣਾ ਪੜਾ ਕਰਨ ਵਾਸਤੇ ਨਹੀਂ ਮਿਲਿਆ। ਪ੍ਰਾਤ ਸਮੀਪੀ ਡੇਰਾ ਹੋਏ। ਕੱਲ ਨੂੰ ਆਪਾਂ ਨੇੜੇ ਹੀ ਡੇਰਾ ਕਰਾਂਗੇ। ਮਹਾਰਾਜ ਜੀ ਕਹਿੰਦੇ ਅੱਜ ਕੱਲ ਨੂੰ ਜਿਹੜਾ ਆਪਾਂ ਪੈਂਡਾ ਤੈਅ ਕਰਨਾ ਲੰਮਾ ਪੈਂਡਾ ਨਹੀਂ ਕਰਾਂਗੇ, ਕੱਲ ਨੂੰ ਨੇੜੇ ਹੀ ਡੇਰਾ ਕਰਾਂਗੇ। ਇਤਿਆਦਿਕ ਕਹਿ ਰਾਤ ਬਿਤਾਈ। ਇਹ ਬਚਨ ਬਿਲਾਸ ਕਰਕੇ ਸਤਿਗੁਰੂ ਜੀ ਨੇ ਰਾਤ ਬਤੀਤ ਕੀਤੀ। ਭਾਈ ਭੋਰ ਤਿਆਰੀ ਕਰਵਾਈ। ਅਗਲਾ ਦਿਨ ਚੜਿਆ ਮਗਰੋਦੇ ਨਗਰ ਤੋਂ ਚੱਲਣ ਦੀ ਸਤਿਗੁਰਾਂ ਨੇ ਤਿਆਰੀ ਕਰਵਾਈ। ਲਾਲੀ ਤੇ ਮਗਰੋਦਾ ਨਗਰ ਜਿਹੜੇ ਹਨ, ਇੱਧਰ ਨਗਰਾਂ ਵਿੱਚ ਮਹਾਰਾਜ ਜੀ ਦਾ ਕੋਈ ਸਥਾਨ ਨਜ਼ਰ ਨਹੀਂ ਆਇਆ। ਨਰਾਇਣੇ ਤੋਂ ਫਿਰ ਸਿੱਧਾ ਕਲੈਤ ਜਾਂ ਬਗੌਰ ਇਹ ਮਹਾਰਾਜ ਜੀ ਦੇ ਸਥਾਨ ਮਿਲਦੇ ਆ ਰਾਜਸਥਾਨ ਵਿੱਚ। ਜਿਹੜੇ ਆ ਹੋਰ ਨਗਰਾਂ ਦਾ ਵੇਰਵਾ ਸਾਖੀ ਪੋਥੀ ਦੇ ਦੁਆਰਾ ਆ ਰਿਹਾ ਹੈ, ਉਹਨਾਂ ਨਗਰਾਂ ਦੇ ਵਿੱਚ ਅਸਥਾਨ ਪ੍ਰਗਟ ਨਹੀਂ ਹੋਏ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਗਰੌਦੇ ਨਗਰ ਤੋਂ ਚਾਲਾ ਮਾਰਿਆ। ਸਨਦ ਬਾਦੋਏ ਜਾਂ ਆਰੂੜੇ। ਸਨਦ ਬੱਧ ਸ਼ਸਤਰ ਧਾਰੀ ਹੋ ਕੇ ਮਹਾਰਾਜ ਜੀ ਘੋੜੇ ਤੇ ਸਵਾਰ ਹੋਏ। ਗਮਨ ਕੀਨ ਗੁਰ ਜਿਸ ਗੁਣ ਗੂੜੇ। ਗੂੜ ਗੁਣਾ ਦੇ ਮਾਲਕ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋ ਕੇ ਚੱਲੇ ਹਨ। ਦਵਾਦਸ਼ ਕੋਸ ਪਹੁੰਚੇ ਜਾਏ। ਮਗਰੌਦੇ ਤੋਂ ਤਕਰੀਬਨ 12 ਕੋਹ ਦਾ ਪੈਂਡਾ ਸਤਿਗੁਰੂ ਜੀ ਨੇ ਤੈਅ ਕੀਤਾ। ਨਗਰ ਕੁਲੈਤ ਸੁੰਦਰ ਥਾਏ। ਕਲੈਤ ਨਗਰ ਆਇਆ। ਕੁਲਾਇਤ, ਕਲੈਤ ਵੀ ਕਹਿ ਦਿੰਦੇ ਨੇ, ਕਲਾਇਤ ਵੀ ਕਹਿ ਦਿੰਦੇ ਹਨ। ਕਲਾਇਤ ਨਗਰ ਆਇਆ ਹੈ। ਉਸ ਨਗਰ ਦੇ ਵਿੱਚ ਸਤਿਗੁਰੂ ਜੀ ਨੇ ਉਤਾਰਾ ਕੀਤਾ ਹੈ। ਕਲਾਇਤ ਨਗਰ ਵਿੱਚ ਮਹਾਰਾਜ ਜੀ ਦਾ ਸਥਾਨ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲੇ, ਜੋ ਇਸ ਪਾਵਨ ਸਥਾਨ ਦੀ ਕਾਰ ਸੇਵਾ ਨਿਭਾਉਂਦੇ ਨੇ, ਉਹਨਾਂ ਵੱਲੋਂ ਉੱਥੇ ਸਥਾਨ ਮੈਂ ਦਰਸ਼ਨ ਤਾਂ ਨਹੀਂ ਕਰ ਸਕਿਆ, ਪਰ ਸੁੰਦਰ ਸਥਾਨ ਹੈ। ਸੰਗਤਾਂ ਦੇ ਰਹਿਣ ਸਹਿਣ ਦਾ ਸੋਹਣਾ ਪ੍ਰਬੰਧ ਹੈ। ਕਲਾਇਤ ਨਗਰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਪਹੁੰਚੇ ਹਨ। ਲੱਗਿਓ ਸਿਵਰ ਸਭੂ ਸੁਖ ਪਾਇਓ। ਕਲਾਇਤ ਨਗਰ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਡੇਰਾ ਕੀਤਾ। ਇੱਥੇ ਜਲ ਪਾਣੀ ਦਾ ਪ੍ਰਬੰਧ ਵਧੀਆ ਸੀ, ਜਗ੍ਹਾ ਵੀ ਵਧੀਆ, ਰਮਣੀਕ ਇਲਾਕਾ ਸੀ। ਤੋ ਸਤਿਗੁਰਾਂ ਨੇ ਬਚਨ ਕੀਤਾ, ਭਾਈ ਹੁਣ ਇੱਥੇ ਥਕੇਵੇਂ ਲਾ ਲਓ ਸਾਰੇ, ਟਿਕਾਣਾ ਵਧੀਆ ਹੈ। ਪਿੱਛੇ ਕਿਉਂਕਿ ਕੋਈ ਟਿਕਾਣਾ ਕਰਨ ਨੂੰ ਚੰਗਾ ਥਾਂ ਨਹੀਂ ਸੀ। ਮਹਾਰਾਜ ਜੀ ਨੇ ਆਖਿਆ ਇਹ ਕਲਾਇਤ ਨਗਰ ਹੈ,
ਇੱਥੇ ਤੁਸੀਂ ਆਪਣੇ ਹੁਣ ਡੇਰੇ ਪਾ ਲਓ, ਜਿੰਨੇ ਦਿਨ ਆਰਾਮ ਕਰਨਾ ਕਰ ਲਵੋ। ਪਏ ਦੇਗ ਭੋਜਨ ਸ਼ੁਭ ਖਾਇਓ। ਕਲਾਇਤ ਨਗਰ ਵਿੱਚ ਮਹਾਰਾਜ ਜੀ ਨੇ ਡੇਰਾ ਕੀਤਾ, ਲੰਗਰ ਪ੍ਰਸ਼ਾਦੇ ਤਿਆਰ ਹੋਏ, ਸਭ ਨੇ ਭੋਜਨ ਛਕਿਆ। ਸ਼ਰਮਤ ਸਾਤ ਕੋ ਜਾਨ ਗੁਸਾਈ। ਜਗਤ ਗੁਰੂ ਪਾਤਸ਼ਾਹ ਨੇ ਵੇਖਿਆ ਨਾਲ ਦੇ ਸਾਥੀ ਥੱਕੇ ਨੇ, ਲੰਮਾ ਪੈਂਡਾ ਤੈਅ ਕਰਕੇ ਆਏ ਨੇ ਸਫ਼ਰ। ਭਾਈ ਰਤਨ ਸਿੰਘ ਭੰਗੂ ਨੇ ਲਿਖਿਆ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ, ਉਹ ਕਹਿੰਦੇ ਆ ਅੱਧੀ ਮੌਤ ਮੁਸਾਫਰੀ, ਪੂਰੀ ਮੌਤ ਸੋ ਭੁੱਖ। ਖਾਲਸੇ ਕੋ ਦੋਨੋਂ ਮਿਲੀ, ਤਿੰਨ ਕੋ ਕਹਾਂ ਹੈ ਸੁਖ। ਜਦੋਂ ਛੋਟਾ ਘੱਲੂਘਾਰਾ ਹੋਇਆ, ਉਹਦੇ ਵਿੱਚ ਬਚਨ ਭਾਈ ਰਤਨ ਸਿੰਘ ਜੀ ਲਿਖਦੇ, ਕਿਉਂਕਿ ਉਹ ਕਿੱਥੋਂ ਚੱਲੇ ਕਾਹਨੂੰ ਆਣ ਦੀ ਸ਼ੰਭ ਤੋਂ, ਤੇ ਦਰਿਆ ਦੇ ਕੰਢੇ ਕੰਢੇ ਬੜਾ ਲੰਮਾ ਪੈਂਡਾ ਤੈਅ ਕਰਨਾ ਪਿਆ ਸੀ। ਪੂਰੀ ਮੌਤ, ਅੱਧੀ ਮੌਤ ਮੁਸਾਫਰੀ, ਪੂਰੀ ਮੌਤ ਸੋ ਭੁੱਖ। ਯਾਨੀ ਕਿ ਸਫ਼ਰ ਕਰਨ ਦਾ ਮਤਲਬ ਹੁੰਦਾ ਵੀ ਬੰਦਾ ਅੱਧਾ ਮਰ ਜਿਹਾ ਜਾਂਦਾ, ਸਰੀਰ ਨਟਾਲ ਜਿਹਾ ਹੋ ਜਾਂਦਾ, ਵੀ ਅੱਧੀ ਮੌਤ ਹੋ ਗਈ। ਅੱਧੀ ਮੌਤ ਮੁਸਾਫਰੀ, ਪੂਰੀ ਮੌਤ ਸੋ ਭੁੱਖ। ਤੇ ਭੁੱਖ ਲੱਗਣੀ, ਉਹ ਵੀ ਨਾਲ ਸਫ਼ਰ ਕਰਕੇ ਫਿਰ ਭੁੱਖ ਤੇ ਖਾਣ ਨੂੰ ਰੋਟੀ ਨਾ ਮਿਲੇ, ਕਹਿੰਦੇ ਉਹ ਫਿਰ ਤਾਂ ਸੰਪੂਰਨ ਮੌਤ ਹੋ ਗਈ। ਕਹਿੰਦੇ ਛੋਟੇ ਘੱਲੂਘਾਰੇ ਦੇ ਵਿੱਚ ਖਾਲਸੇ ਨੂੰ ਦੋਨੇ ਹੀ ਝੱਲੜੀਆਂ ਪਈਆਂ, ਅੱਧੀ ਮੌਤ ਸਫ਼ਰ ਦੀ ਵੀ ਤੇ ਪੂਰੀ ਮੌਤ ਭੁੱਖ ਦੀ ਵੀ। ਕਹਿੰਦੇ ਹੁਣ ਉਹਨਾਂ ਨੂੰ ਦੱਸੋ ਕਿਵੇਂ ਸੁੱਖ ਹੋਵੇਗਾ। ਤੋ ਏਦਾਂ ਸਫ਼ਰ ਨੂੰ ਵਿਦਵਾਨਾਂ ਨੇ ਜਦੋਂ ਲੰਮਾ ਪੈਂਡਾ ਸਫ਼ਰ ਕਰਕੇ ਜਾਣਾ ਹੋਵੇ ਤੇ ਅੱਧੀ ਮੌਤ ਗਿਣਿਆ। ਹੁਣ ਨਾਲ ਦੇ ਸਾਥੀ ਜਿਹੜੇ ਸਨ ਉਹ ਬਹੁਤ ਜ਼ਿਆਦਾ ਥੱਕ ਗਏ। ਮਹਾਰਾਜ ਜੀ ਨੇ ਵੇਖਿਆ ਕਿ ਇਹਨਾਂ ਦੇ ਵਾਸਤੇ ਵੀ ਸਾਨੂੰ ਕੋਈ ਚੰਗੇ ਤਰੀਕੇ ਦੇ ਨਾਲ ਵਿਉਂਤਬੰਦੀ ਨਾਲ ਚੱਲਣਾ ਚਾਹੀਦਾ ਹੈ। ਕਰਿਓ ਮੁਕਾਮ ਦੇਖ ਸ਼ੁਭ ਥਾਈ। ਉਹ ਕਲਾਇਤ ਨਗਰ ਵਿੱਚ ਹੀ ਸਤਿਗੁਰਾਂ ਨੇ ਸ਼ੁਭ ਥਾਂ ਵੇਖ ਕੇ ਇੱਥੇ ਹੀ ਡੇਰਾ ਕੀਤਾ। ਦਵਾਦਸ਼ ਦਿਵਸ ਬਸਿਓ ਤੈਂ ਡੇਰਾ। ਇੱਥੇ 12 ਦਿਨ ਮਹਾਰਾਜ ਜੀ ਨੇ ਡੇਰਾ ਰੱਖਿਆ, ਕਲਗੀਧਰ ਜੀ ਨੇ ਕਲਾਇਤ 12 ਦਿਨ। ਵੀ ਜਿਹੜੇ ਥਕੇਵੇਂ ਨੇ, ਪਿੱਛੇ ਕਈਆਂ ਦੇ ਪੈਰਾਂ 'ਚ ਛਾਲੇ ਵੀ ਪੈ ਗਏ ਸੀ, ਉਹ ਛਾਲੇ ਠੀਕ ਹੋ ਜਾਣ। ਕਿਸੇ ਦੇ ਪੈਰਾਂ ਦੇ ਵਿੱਚ ਕੋਈ ਜ਼ਖਮ ਸਨ, ਉਹ ਠੀਕ ਹੋ ਜਾਣ। ਘੋੜਿਆਂ ਦੇ ਘਾਹ ਪੱਠੇ ਦਾ ਪ੍ਰਬੰਧ ਵੀ ਵਧੀਆ ਸੀ, ਉਹ ਵੀ ਤਗੜੇ ਹੋ ਜਾਣ। ਤੋਂ ਮਹਾਰਾਜ ਜੀ ਨੇ ਤਕਰੀਬਨ 12 ਦਿਨ ਤੇ 12 ਰਾਤਾਂ ਕਲਾਇਤ ਨਗਰ ਦੇ ਵਿੱਚ ਰਹਿ ਕੇ ਬਤੀਤ ਕੀਤੀਆਂ। ਬਿਤਰਿਓ ਸੋ ਜਸ ਬਿਸਦ ਬਹੁ ਤੇਰਾ। ਸਤਿਗੁਰਾਂ ਦਾ ਉਜਵਲ ਜਸ, ਬਿਸਦ ਦਾ ਮਤਲਬ ਹੁੰਦਾ ਚਿੱਟਾ, ਉਜਵਲ। ਕਲਗੀਧਰ ਦਾ ਜਿਹੜਾ ਉਜਵਲ ਜਸ ਹੈ ਉਹ ਚਾਰੇ ਪਾਸੇ ਫੈਲਿਆ। ਰਾਜਪੂਤਾਨੇ ਦੇ ਇਲਾਕੇ 'ਚ ਬਹੁਤ ਸਾਰੇ ਲੋਕ ਮਹਾਰਾਜ ਜੀ ਦਾ ਜਸ ਸੁਣਦੇ ਨੇ ਔਰ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੇ ਹਨ। ਆਏ ਅਨੇਕ ਪਾਏ ਬਰ ਜੈ ਹੈ। ਔਰ ਅਨੇਕਾਂ ਮਾਈ ਭਾਈ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਮਹਾਰਾਜ ਜੀ ਕੋਲੋਂ ਵਰ ਪ੍ਰਾਪਤ ਕਰਦੇ ਨੇ ਤੇ ਵਰ ਲੈ ਕੇ ਸਤਿਗੁਰਾਂ ਦੇ ਕੋਲੋਂ ਆਪਣੇ ਘਰਾਂ ਨੂੰ ਪਰਤਦੇ ਨੇ, ਮੁੜਦੇ ਨੇ। ਅਨਕੇ ਅਕੋਰਨ ਕੋ ਅਰਪੇ ਹੈ। ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਲਿਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਪਣ ਕਰਦੇ ਹਨ। ਅਵਲੋਕਤ ਬਹੁ ਸੁੰਦਰ ਰੂਪ। ਸਤਿਗੁਰਾਂ ਦਾ ਬੜਾ ਸੁੰਦਰ ਰੂਪ ਹੈ, ਇਤਨਾ ਸੁੰਦਰ ਕਿ ਨਿਰਜੁਰ ਨਿਰੂਪ ਹੋ ਕੇ ਸੁੰਦਰ ਸਰੂਪ ਹੋ के भूपन के भूप हो के दाता महादान हो। अत सुंदर मन मोहे ना घट सोहे ना प्राण आधारा राम। महाराज जी दा बड़ा सुंदर स्वरूप है, सोहने स्वरूप दे दर्शन इथों दे लोक आके करदे हन। वस्त्र शस्त्र जुत मै दे अनूप। सतगुरां दे वस्त्रां शस्त्रां सहित ਵੱਡੇ ਪ੍ਰਤਾਪੀ ਚਿਹਰੇ ਦੇ ਦੀਦਾਰ ਕਰਦੇ ਹਨ, ਜਿਸ ਚਿਹਰੇ ਤੇ ਜਲਾਲ ਹੈ, ਪ੍ਰਤਾਪ ਹੈ। ਸ਼ਰਮ ਬਿਨ ਪਇਓ ਅਸੂਦੇ ਸਾਥ। ਨਾਲ ਦੇ ਜਿੰਨੇ ਸਾਥੀ ਸਨ ਸਾਰਿਆਂ ਦਾ ਥਕੇਵਾਂ ਲੈ ਗਿਆ, 12 ਦਿਨ ਆਰਾਮ ਕਰਨ ਨੂੰ ਮਿਲ ਗਏ ਤੇ ਥਕੇਵੇਂ ਲੱਥ ਗਏ। ਚੰਗੀਆਂ ਖੁਰਾਕਾਂ, ਅਸ਼ੂਦਿਆ ਦਾ ਮਤਲਬ ਹੁੰਦਾ ਵੀ ਚੰਗੀਆਂ ਖੁਰਾਕਾਂ ਖਾਧੀਆਂ, ਘੋੜਿਆਂ ਨੂੰ ਨਿਹਾਰੀਆਂ ਦਿੱਤੀਆਂ, ਸਾਰੇ ਚੰਗੀ ਤਰ੍ਹਾਂ ਤਗੜੇ ਹੋ ਗਏ। ਚਯੋ ਅਰੂੜਨ ਚਲ ਬੇਨਾਥ। ਹੁਣ ਜਗਤਨਾਥ ਸਤਿਗੁਰੂ ਜੀ ਇੱਥੋਂ ਅੱਗੇ ਨੂੰ ਚੱਲਣਾ ਚਾਹੁੰਦੇ ਹਨ। ਕਰਿਓ ਕੂਚ
ਹਿਆ ਚੜ ਕਰ ਚਾਲੇ। ਘੋੜੇ ਤੇ ਸਵਾਰ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਲਾਇਤ ਤੋਂ ਅੱਗੇ ਚੱਲੇ। ਤਰੇ ਹਾਥ ਤਨੁਖ ਕਠਨ ਵਿਸਾਲੇ। ਹੱਥ ਵਿੱਚ ਮਹਾਰਾਜ ਜੀ ਦੇ ਬੜਾ ਕਠੋਰ ਧਨਕ ਹੈ, ਨੋ ਟੰਕਾ। ਉਹ ਧਨਕ ਮਹਾਰਾਜ ਜੀ ਨੇ ਆਪਣੇ ਪਾਵਨ ਦਸਤ ਕਮਲਾਂ ਵਿੱਚ ਪਕੜਿਆ ਹੋਇਆ ਹੈ। ਜੈ ਰਾਜਨ ਕੇ ਦੇਸ਼ ਵਿਸ਼ੇਸ਼ਾ। ਇੱਥੇ ਰਾਜਪੁਤਾਨੇ ਦੇ ਰਾਜਿਆਂ ਦੇ ਦੇਸ਼ ਸਨ ਸਾਰੇ। ਇਹ ਜਿੰਨੇ ਵੀ ਨੇੜੇ ਤੇੜੇ, ਕਲਾਇਤ ਦਾ ਰਾਜਾ ਵੱਖਰਾ ਹੈ, ਅੱਗੇ ਭਗੌਰ ਦਾ ਰਾਜਾ ਵੱਖਰਾ ਹੈ, ਏਦਾਂ ਇਹ ਸਾਰੇ ਰਾਜਪੁਤਾਨੇ ਦੇ ਰਾਜਿਆਂ ਦੇ ਇਲਾਕੇ ਹਨ। ਦਲ ਸਮੇਤ ਪ੍ਰਭ ਭਏ ਪ੍ਰਵੇਸ਼ਾ। ਸਤਿਗੁਰੂ ਜੀ ਬਿਲਕੁਲ ਨਿਡਰ ਹੋ ਕੇ ਆਪਣੀਆਂ ਫੌਜਾਂ ਸਮੇਤ ਉਹਨਾਂ ਰਾਜਿਆਂ ਦੇ ਦੇਸ਼ ਵਿੱਚ ਪ੍ਰਵੇਸ਼ ਕੀਤਾ। ਕੋਈ ਭੈ ਨਹੀਂ ਵੀ ਰਾਜਿਆਂ ਦਾ ਇਲਾਕਾ, ਇੱਥੇ ਰਾਜੇ ਨੇ ਵੀ ਉਹ ਕਿਵੇਂ ਬਰਦਾਸ਼ਤ ਕਰਨਗੇ ਵੀ ਸਾਡੇ ਰਾਜ ਵਿੱਚ ਕੋਈ ਫੌਜ ਲੈ ਕੇ ਫਿਰੇ, ਨਗਾਰੇ ਵਜਾਉਂਦਾ ਫਿਰੇ। ਮਹਾਰਾਜ ਸੱਚੇ ਪਾਤਸ਼ਾਹ ਬਿਲਕੁਲ ਨਿਡਰ ਹੋ ਕੇ ਇਹਨਾਂ ਰਾਜਿਆਂ ਦੇ ਇਲਾਕਿਆਂ ਦੇ ਵਿੱਚ ਆਪਣੀਆਂ ਫੌਜਾਂ ਦੇ ਸਮੇਤ ਪ੍ਰਵੇਸ਼ ਕੀਤਾ। ਗ੍ਰਾਮਨ ਕੇ ਨਰ ਦੇਖ ਪ੍ਰਤਾਪੂ। ਸਤਿਗੁਰੂ ਸੱਚੇ ਪਾਤਸ਼ਾਹ ਤੇ ਫੌਜਾਂ ਦਾ ਤੇਜ ਪ੍ਰਤਾਪ ਰਸਤੇ ਵਿੱਚ ਆਉਂਦੇ ਪਿੰਡਾਂ ਦੇ ਲੋਕ ਵੇਖਦੇ ਨੇ। ਬਾਜਤ ਦੁੰਦਪ ਚਮੂ ਕਲਾਪੂ। ਜਦੋਂ ਮਹਾਰਾਜ ਜੀ ਦਾ ਨਗਾਰਾ ਵੱਜਦਾ ਨਾਲ ਫੌਜਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਅਕਾਲ ਹੀ ਅਕਾਲ ਕਰਦੇ ਜਾਂਦੇ ਸਿੰਘ। ਨਗਾਰੇ ਵੱਜਦੇ ਨੇ ਨਾਲੇ ਅਕਾਲ, ਸਤਿ ਸ੍ਰੀ ਅਕਾਲ, ਗੁਰਬਾਰੇ ਅਕਾਲ। ਏਦਾਂ ਅਕਾਲ 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 ਗਜਾਵੇਂ, ਏਦਾਂ ਅਕਾਲ ਅਕਾਲ ਕਰਦੇ ਜਾਂਦੇ ਆ, ਲੋਕ ਵੇਖਦੇ ਨੇ। ਲੈ ਲੈ ਕਰ ਅਕੋਰ ਚਲ ਆਵੇ। ਬਹੁਤ ਸਾਰੇ ਨਗਰਾਂ ਦੇ ਲੋਕ ਭਾਵਨਾ ਸਹਿਤ ਭਟਾਵਾਂ ਲੈ ਕੇ ਆਉਂਦੇ ਸਤਿਗੁਰਾਂ ਕੋਲ। ਕਈ ਰਾਜੇ ਜਿਹੜੇ ਛੋਟੇ ਛੋਟੇ ਰਾਣੇ ਸਨ ਪਿੰਡਾਂ ਨਗਰਾਂ ਦੇ, ਉਹ ਰਾਣੇ ਮਹਾਰਾਜ ਜੀ ਦੇ ਚਰਨਾਂ ਵਿੱਚ ਭਟਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਮਿਲੇ ਜੋਰ ਕਰ ਅਰਜ਼ ਸੁਨਾਵੇ। ਆ ਕੇ ਹੱਥ ਜੋੜ ਕੇ ਅਰਜ਼ ਕਰਦੇ, ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰਦੇ ਨੇ। ਕਾਸ਼ਟ ਤ੍ਰਿਣ ਆਨ ਗਨ ਦੇਈ। ਕੋਈ ਲੱਕੜਾਂ ਲਿਆ ਕੇ ਲੰਗਰ ਲਈ ਭੇਟ ਕਰਦਾ ਹੈ, ਕੋਈ ਘੋੜਿਆਂ ਲਈ ਘਾਹ ਪੱਠਾ ਦਾਣਾ ਲਿਆ ਕੇ ਭੇਟ ਕਰਦਾ ਹੈ, ਕੋਈ ਲੰਗਰਾਂ ਵਾਸਤੇ ਰਸਤ ਬਸਤ ਲਿਆ ਕੇ ਹਾਜ਼ਰ ਕਰਦਾ ਹੈ। ਸੋਜ ਉਬਾਰ ਸਦਨ ਕੀ ਲਈ। ਔਰ ਏਦਾਂ ਨਗਰਾਂ ਵਾਲੇ ਮਹਾਰਾਜ ਜੀ ਦੀ ਸੇਵਾ ਭਾਵਨਾ ਦੇ ਨਾਲ ਸੇਵਾ ਕਰਕੇ ਆਪਣੇ ਘਰਾਂ ਨੂੰ ਸੰਭਾਲਦੇ ਨੇ। ਜੋ ਨੇ ਮਿਲੇ ਗਰਭ ਉਰ ਤਾਰੇ। ਪਰ ਕਈ ਪਿੰਡਾਂ ਵਾਲੇ ਜਿਹੜੇ ਮਹਾਰਾਜ ਜੀ ਦਾ ਪ੍ਰਤਾਪ ਨਹੀਂ ਸਨ ਵੇਖ ਸਕਦੇ, ਜਿਹੜੇ ਔਰੰਗੇ ਦੇ ਪਿੱਠੂ ਸਨ, ਉਹ ਜਦੋਂ ਮਹਾਰਾਜ ਜੀ ਨੂੰ ਫੌਜਾਂ ਸਮੇਤ ਵੇਖਦੇ ਐ, ਉਹ ਹੰਕਾਰ ਨਾਲ, ਹੈਂਕੜ ਦੇ ਨਾਲ, ਸਿੰਘਾਂ ਨਾਲ ਆ ਕੇ ਮੱਥਾ ਲਾਉਂਦੇ ਨੇ। ਤੈ ਮਿਲ ਸਿੰਘ ਲੂਟ ਕੋ ਡਾਰੇ। ਫਿਰ ਸਿੰਘ ਆਪਣਾ ਹੱਥ ਵਿਖਾ ਦਿੰਦੇ ਆ ਉਹਨਾਂ ਨੂੰ, ਜਿਹੜੇ ਗਿਲਜਿਆਂ ਨਾਲ, ਪਠਾਣਾਂ ਨਾਲ ਲੜ ਕੇ ਆਏ ਨੇ। ਉਹਨਾਂ ਸਾਹਮਣੇ ਇਹ ਕੀ ਸਨ, ਇਹ ਕੀ ਮਾਇਨਾ ਰੱਖਦੇ ਸੀ? ਜਦੋਂ ਕੋਈ ਅੜੀ ਫੜੀ ਕਰਦਾ, ਫਿਰ ਖਾਲਸਾ ਨੂੰ ਆਪਣੀ ਅੜੀ ਫੜੀ ਨੂੰ, ਉਹਨਾਂ ਦੀ ਕੀਤੀ ਨੂੰ ਅੜੇ ਸੋ ਝੜੇ, ਸ਼ਰਨ ਪਰੇ ਸੋ ਤਰੇ, ਖਾਲਸੇ ਦਾ ਬਿਰਦ ਹੈ। ਇਹ ਚੇਤੇ ਰੱਖਣਾ, ਖਾਲਸੇ ਦਾ ਬੋਲ ਹੈ। ਅੜੇ ਸੋ ਝੜੇ, ਸ਼ਰਨ ਪਰੇ ਸੋ ਤਰੇ। ਜਿਹੜਾ ਅੜੇਗਾ ਉਹ ਝੜ ਜਾਏਗਾ ਖਾਲਸੇ ਦੇ ਸਾਹਮਣੇ, ਕਿੱਡਾ ਵੱਡਾ ਪ੍ਰਤਾਪੀ ਕਿਉਂ ਨਾ ਹੋਵੇ, ਚਾਹੇ ਔਰੰਗਾ ਸੀ, ਚਾਹੇ ਅਬਦਾਲੀ ਸੀ। ਅੜੇਗਾ ਝੜੇਗਾ, ਜਿਹੜਾ ਸ਼ਰਨ ਆਵੇਗਾ ਉਹ ਤਰ ਜਾਏਗਾ। ਤੋ ਮਹਾਰਾਜ ਜੀ ਦੇ ਸ਼ਰਨ ਜਿਹੜੇ ਆਉਂਦੇ ਆ ਤਰ ਜਾਂਦੇ ਆ, ਜਿਹੜੇ ਅੜੀ ਫੜੀ ਕਰਦੇ ਆ ਪਿੰਡਾਂ ਵਿੱਚ ਕੋਈ ਛੋਟੇ ਮੋਟੇ ਰਾਣੇ ਜਾਂ ਲੋਕ, ਖਾਲਸਾ ਫਿਰ ਉਹਨਾਂ ਨੂੰ ਆਪਣੇ ਹੱਥ, ਤਗੜੇ ਹੱਥ ਵਿਖਾ ਦਿੰਦਾ ਹੈ। ਅਸਨ ਬਸਨ ਆਦਿਕ ਲੈ ਚੀਨਾ। ਫਿਰ ਉਹਨਾਂ ਕੋਲੋਂ ਹੁਣ ਜਿੱਥੇ ਲੋੜ ਪੈਂਦੀ ਆ ਘੋੜਿਆਂ ਦੇ ਘਾਹ ਪੱਠੇ ਦੀ, ਕਈ ਪਿੰਡਾਂ 'ਚ ਹੁਣ ਸਿੰਘਾਂ ਨੂੰ ਤਾਂ ਲੋੜ ਪੈਂਦੀ, ਉਹ ਮਾਇਆ ਨਾਲ ਵੀ ਨਹੀਂ ਸਨ ਦਿੰਦੇ, ਫਿਰ ਸਿੰਘ ਜਾ ਕੇ ਆਪ ਹੀ ਸ਼ੇਰ ਪੰਜਾ ਮਾਰ ਲਿਆਉਂਦੇ। ਘੋੜਿਆਂ ਲਈ ਘਾਹ ਪੱਠਾ ਜਿਹੜਾ ਸੀ ਉਹ ਜਾ ਕੇ ਫਿਰ ਪ੍ਰਬੰਧ ਕਰ ਲੈਂਦੇ। ਬਲ ਦਿਖਾਏ ਕਹਿ ਕਰੇ ਅਧੀਨਾ। ਫਿਰ ਖਾਲਸੇ ਦਾ ਬਲ ਵੇਖ ਕੇ ਉਹਨਾਂ ਨੂੰ ਅਧੀਨ ਹੋਣਾ ਪੈਂਦਾ। ਫਿਰ ਕਹਿੰਦੇ ਜੀ ਹਾਂ ਅਸੀਂ ਤੁਹਾਡੇ ਅਧੀਨ ਆ। ਸਿੰਘ ਕਹਿੰਦੇ ਜੇ ਪਹਿਲਾਂ ਹੀ ਅਧੀਨ ਹੋ ਜਾਂਦੇ ਤੇ ਇਦਾਂ ਤਾਂ ਨਾ ਕਰਨਾ ਪੈਂਦਾ। ਪਹਿਲਾਂ ਅੜੀਆਂ ਫੜੀਆਂ ਕਰਦੇ ਸੀ, ਜਿਵੇਂ ਹੁਣ ਆਏ ਉਹ ਸ਼ਰਨ ਖਾਲਸੇ ਦੀ, ਇਦਾਂ ਆ ਜਾਂਦੇ ਪਹਿਲਾਂ। ਹਾਂਜੀ,
ਭਾਂਕ ਪਰੀ ਸਭ ਦੇਸ਼ ਵਿਸ਼ੇਸ਼ਾ। ਏਦਾਂ ਰਾਜਪੁਤਾਨੇ ਦੇ ਨਾ ਸਾਰੇ ਦੇਸ਼ਾਂ ਵਿੱਚ ਗੁਰੂ ਗੁਰੂ ਖਾਲਸੇ ਦੀ ਧਾਂਕ ਪੈ ਗਈ। ਹੋਤ ਕੂਚ ਦਰ ਕੂਚ ਹਮੇਸ਼ਾ। ਰੋਜ਼ ਕੂਚ ਦਰ ਕੂਚ ਪੜਾ ਹੁੰਦੇ ਨੇ, ਰੋਜ਼ ਨਵੇਂ ਥਾਂ ਤੇ ਡੇਰਾ ਲੱਗਦਾ ਹੈ। ਬਾਪੀ ਕੂਪ ਸਰੋਵਰ ਨੀਕੇ। ਇੱਧਰ ਬੌਲੀਆਂ ਬੜੀਆਂ ਨੇ, ਨਿੱਕੇ ਨਿੱਕੇ ਤਲਾਬ ਬੜੇ ਨੇ ਰਾਜਸਥਾਨ ਦੇ ਇਲਾਕੇ 'ਚ। ਜਿੱਥੇ ਕੋਈ ਬੌਲੀ ਹੁੰਦੀ ਹੈ ਜਾਂ ਜਿੱਥੇ ਕੋਈ ਸਰੋਵਰ ਤਾਲ ਹੁੰਦਾ ਹੈ, ਉੱਥੇ ਜਾ ਕੇ ਡੇਰਾ ਕਰਦੇ ਹਨ। ਉਪਬਨ ਬੋਲ ਸਾਵਨ ਜੀ ਕੇ। ਕਈ ਥਾਵਾਂ ਤੇ ਬੜੇ ਬੜੇ ਸੋਹਣੇ ਬਾਗ ਬਣਾਏ ਹੋਏ ਰਾਜਿਆਂ ਨੇ, ਉਹਨਾਂ ਬਾਗਾਂ ਦੇ ਵਿੱਚ ਜਾ ਕੇ ਸਤਿਗੁਰੂ ਜੀ ਡੇਰਾ ਕਰਦੇ ਨੇ। ਸੁੰਦਰ ਤਰਾ ਅਧਿਕ ਸਬਜ਼ਾਈ। ਬੜੀ ਸੋਹਣੀ ਥਾਂ ਆ, ਦੂਰ ਦੂਰ ਤੱਕ ਕਈ ਥਾਵਾਂ ਤੇ ਬਹੁਤ ਹਰਿਆਵਲ ਵੀ ਹੈ। ਡੇਰਾ ਕਰੇ ਦੇਖ ਸੁਖਦਾਈ। ਜਿੱਥੇ ਸੁਖਦਾਈ ਥਾਂ ਹੋਵੇ, ਜਿੱਥੇ ਸਾਰੀਆਂ ਸਹੂਲਤਾਂ ਹੋਣ, ਉੱਥੇ ਜਾ ਕੇ ਸਤਿਗੁਰੂ ਜੀ ਡੇਰਾ ਕਰਦੇ ਹਨ। ਇਮ ਗਮਨਤ ਤਿਸ ਦੇਸ਼ ਮਝਾਰਾ। ਇਹ ਤਾਂ ਰਾਜਪੁਤਾਨੇ ਦੇ ਮਾਰਵਾੜ ਇਲਾਕੇ 'ਚ ਰਾਜਸਥਾਨ 'ਚੋਂ ਮਹਾਰਾਜ ਜੀ ਲੰਘ ਰਹੇ ਨੇ। ਕਰਤ ਬਿਲਾਸ ਅਨੇਕ ਪ੍ਰਕਾਰਾ। ਅਨੇਕ ਪ੍ਰਕਾਰ ਦੇ ਬਿਲਾਸ ਕੌਤਕ ਸਤਿਗੁਰੂ ਜੀ ਕਰਦੇ ਜਾ ਰਹੇ ਨੇ। ਖੇਲਤ ਹੈ ਅਖੀਰ ਬਨ ਫਿਰ ਕੇ। ਰਸਤੇ ਵਿੱਚ ਕਈ ਥਾਵਾਂ ਤੇ ਸ਼ਿਕਾਰ ਵੀ ਖੇਡਦੇ ਨੇ, ਜਿੱਥੇ ਸ਼ਿਕਾਰ ਮਿਲਦਾ ਹੈ। ਦੱਸ ਪੈਂਦੀ ਹੈ ਸ਼ਿਕਾਰ ਦੀ, ਉੱਥੇ ਸ਼ਿਕਾਰ ਖੇਡਦੇ ਹਨ। ਮ੍ਰਿਗ ਖਗ ਪੁੰਜ ਸੰਘਾਰਨ ਕਰਕੇ। ਕੋਈ ਹਿਰਨ ਮਿਲ ਜਾਏ, ਹਿਰਨ ਦਾ ਸ਼ਿਕਾਰ ਕਰਦੇ ਨੇ। ਕੋਈ ਤਿੱਤਰ ਮਿਲ ਜਾਏ, ਕੋਈ ਲਵਾ ਬਟੇਰਾ ਮਿਲ ਜਾਏ, ਉਹਦਾ ਸ਼ਿਕਾਰ ਕਰਦੇ ਹਨ। ਸਨੇ ਸਨੇ ਸੁਖ ਸਹਿਤ ਚਲੰਤੇ। ਏਦਾਂ ਸਹਿਜੇ ਸਹਿਜੇ ਸ਼ਿਕਾਰ ਕਰਦਿਆਂ ਤੇ ਪੜਾ ਦਰ ਪੜਾ ਮਹਾਰਾਜ ਜੀ ਚੱਲ ਰਹੇ ਨੇ। ਲੂਟ ਕੂਟ ਡਰ ਲੋਕ ਮਿਲੰਤੇ। ਜਿਹੜੇ ਲੋਕ ਖਾਲਸੇ ਦਾ ਪ੍ਰਤਾਪ ਜਾਣਦੇ ਨੇ, ਉਹ ਭੈ ਭੀਤ ਵੀ ਹੁੰਦੇ ਤੇ ਖਾਲਸੇ ਦੀ ਸ਼ਰਨ ਆ ਕੇ ਮਿਲਦੇ ਹਨ। ਦਇਆ ਸਿੰਘ ਹਜ਼ਰਤ ਕੋ ਛੋਰ। ਉਧਰੋਂ ਪਿਆਰੇ ਭਾਈ ਦਇਆ ਸਿੰਘ ਜੀ ਔਰੰਗਜ਼ੇਬ ਨੂੰ ਜਫਰਨਾਮਾ ਦੇ ਕੇ ਤੇ ਵਾਪਸ ਮਹਾਰਾਜ ਜੀ ਵੱਲ ਆ ਰਹੇ ਨੇ। ਕਰੇ ਬੇਗ ਆਇਓ ਇਤ ਔਰ। ਇਸ ਪਾਸੇ ਜਿੱਧਰ ਸਤਿਗੁਰੂ ਜੀ ਜਾ ਰਹੇ ਸਨ ਰਾਜਸਥਾਨ ਦੇ ਇਲਾਕੇ 'ਚ, ਭਾਈ ਦਇਆ ਸਿੰਘ ਜੀ ਇੱਧਰ ਹੀ ਆ ਕੇ ਮਿਲੇ। ਸੁਨ ਸਤਿਗੁਰ ਕੀ ਸੁਦੇ ਤੇ ਆਏ। ਭਾਈ ਦਇਆ ਸਿੰਘ ਨੂੰ ਪਤਾ ਲੱਗਾ ਵੀ ਸਤਿਗੁਰੂ ਜੀ ਇੱਧਰ ਹੀ ਆ ਰਹੇ ਨੇ, ਦੱਖਣ ਦਿਸ਼ਾ ਨੂੰ ਰਾਜਸਥਾਨ ਦੇ ਇਲਾਕੇ 'ਚ ਨੇ, ਮਾਰਵਾੜ 'ਚ। ਤੋ ਭਾਈ ਦਇਆ ਸਿੰਘ ਜੀ ਸਤਿਗੁਰਾਂ ਵੱਲ ਹੀ ਚੱਲ ਕੇ ਆਏ। ਮਿਲਿਓ ਆਨ ਸਨਮੁਖ ਸੁਖ ਪਾਏ। ਸਤਿਗੁਰੂ ਜੀ ਦੇ ਸਨਮੁਖ ਆ ਕੇ ਮਹਾਰਾਜ ਜੀ ਨੂੰ ਮਿਲੇ। ਕਈ ਮਹੀਨਿਆਂ ਬਾਅਦ ਆਪਣੇ ਜਾਨ ਤੋਂ ਪਿਆਰੇ ਪ੍ਰੀਤਮ ਦਿਦਾਰੇ ਮਹਾਰਾਜ ਜੀ ਦੇ ਮਾਈ ਦੇ ਦਰਸ਼ਨ ਕੀਤੇ। ਚਰਨ ਸਰੋਜਨ ਪਰ ਸਿਰ ਧਰ ਕੇ। ਸਤਿਗੁਰਾਂ ਦੇ ਸੋਹਣਿਆਂ ਚਰਨਾਂ ਕਮਲਾਂ ਤੇ ਪਿਆਰੇ ਭਾਈ ਦਇਆ ਸਿੰਘ ਧਰਮ ਸਿੰਘ ਹੋਣਾ ਨੇ ਮੱਥਾ ਟੇਕਿਆ। ਸਤਿਗੁਰ ਪ੍ਰੇਮ ਅਧਿਕ ਔਰ ਭਰ ਕੇ। ਸਤਿਗੁਰਾਂ ਦਾ ਵੱਡਾ ਭਾਰੀ ਪ੍ਰੇਮ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਮੱਥਾ ਟੇਕਿਆ। ਤਜ ਨੈ ਸਕੇ ਉਠਾਇਵ ਆਪ। ਏਦਾਂ ਚਰਨਾਂ ਤੇ ਸਿਰ ਧਰਿਆ ਭਾਈ ਦਇਆ ਸਿੰਘ ਧਰਮ ਸਿੰਘ ਹੋਣਾ ਨੇ ਕਿ ਭਾਈ ਦਇਆ ਸਿੰਘ ਨੇ ਕਿੰਨਾ ਚਿਰ ਸਿਰ ਹੀ ਨਹੀਂ ਚੁੱਕਿਆ ਚਰਨਾਂ ਤੋਂ। ਮਹਾਰਾਜ ਜੀ ਨੇ ਮੋਢਿਆਂ ਤੋਂ ਪਕੜ ਕੇ ਤੇ ਭਾਈ ਦਇਆ ਸਿੰਘ ਨੂੰ ਉਠਾਇਆ। ਉੱਠੋ ਭਾਈ ਦਇਆ ਸਿੰਘ ਜੀ, ਤੁਹਾਡੀ ਹਾਜ਼ਰੀ ਲੱਗ ਗਈ। ਹਾਂਜੀ, ਕਰਿਓ ਬਿਦਾਰਨ ਬਿਰਹਿ ਸੰਤਾਪ। ਜੋ ਮਨ 'ਚ ਵਿਛੋੜੇ ਦਾ ਸੰਤਾਪ ਸੀ ਨਾ, ਪਿਛਲੇ ਕਈ ਮਹੀਨਿਆਂ ਤੋਂ ਵਿਛੜੇ ਸਨ, ਉਹ ਸੰਤਾਪ ਸਾਹਿਬ ਦੇ ਦਰਸ਼ਨ ਕਰਕੇ ਦੂਰ ਕੀਤਾ। ਦ੍ਰਿਗਨ ਬੂੰਦ ਆਨੰਦ ਕੀ ਗਿਰੀ। ਅੱਜ ਜਿਹੜਾ ਨੇਤਰਾਂ 'ਚ ਜਲ ਵਗਿਆ ਨਾ ਭਾਈ ਦਇਆ ਸਿੰਘ ਹੋਣਾ ਦੇ, ਇਹ ਆਨੰਦ ਦਾ ਜਲ ਹੈ। ਖੁਸ਼ੀ ਦੇ ਜਿਹਨੂੰ ਆਂਸੂ ਕਹਿੰਦੇ ਆ ਨਾ, ਵੀ ਇਹ ਖੁਸ਼ੀ 'ਚ ਨੇਤਰਾਂ 'ਚੋਂ ਨੀਰ ਵਹਿੰਦਾ ਅੱਜ ਕਿ ਸਤਿਗੁਰਾਂ ਦੇ ਦਰਸ਼ਨ ਹੋ ਗਏ ਹਨ। ਕੋ ਕਹਿ ਸਕੇ ਜੋ ਸੁਖ ਤਿਸ ਘਰੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਿਤਨੀ ਸੂਖਮ ਚਲੇ ਜਾਂਦੇ ਨੇ ਖੇਡ ਨੂੰ ਲਿਖਦਿਆਂ ਕਿ ਕਥਾ ਕਰਦਿਆਂ ਸੁਰਤ ਅਸਚਰਜ ਹੋ ਜਾਂਦੀ ਵੀ ਕਿਵੇਂ ਕਥਨ ਹੋਵੇ, ਕਿਵੇਂ ਬਿਆਨ ਹੋਵੇ। ਕਹਿੰਦੇ ਜਦੋਂ ਭਾਈ ਸਾਹਿਬ ਨੇ ਦਰਸ਼ਨ ਕੀਤੇ, ਸਤਿਗੁਰਾਂ ਦੇ ਨੇਤਰਾਂ 'ਚੋਂ ਆਨੰਦ ਦਾ ਨੀਰ ਵਹਿ ਰਿਹਾ ਨਾ, ਵੀ ਜਿਹੜਾ ਸੁੱਖ ਭਾਈ ਦਇਆ ਸਿੰਘ ਨੂੰ ਪ੍ਰਾਪਤ ਹੋ ਰਿਹਾ ਨਾ ਉਸ ਵੇਲੇ ਗੁਰਦੇਵ ਦੇ ਦਰਸ਼ਨ ਕਰਕੇ, ਕਹਿੰਦੇ ਕੌਣ ਹੈ ਤੇ ਕਿਵੇਂ ਹੈ ਉਹ
ਕੌਣ ਵਰਣਨ ਕਰਕੇ ਕਹਿ ਸਕਦਾ, ਦੱਸ ਸਕਦਾ? ਉਹ ਭਾਈ ਦਇਆ ਸਿੰਘ ਹੀ ਜਾਣਦੇ ਨੇ ਕਿ ਉਹਨਾਂ ਨੂੰ ਕੀ ਆਨੰਦ ਪ੍ਰਾਪਤ ਹੋ ਰਿਹਾ ਹੈ। ਹਾਂਜੀ, ਮਗ ਜੈ ਬੇ ਐ ਬੇ ਕੀ ਕਥਾ। ਹੁਣ ਕਿਵੇਂ ਗਏ ਸੀ ਦੱਖਣ ਚ, ਕਿਵੇਂ ਆਏ ਨੇ, ਉਹ ਸਾਰੀ ਕਥਾ ਭਾਈ ਸਾਹਿਬ ਸੁਣਾਉਂਦੇ ਆ ਸਤਿਗੁਰਾਂ ਨੂੰ। ਮੁਲਾਕਾਤ ਹਜ਼ਰਤ ਕੀ ਜਥਾ। ਕਿਵੇਂ ਹਜ਼ਰਤ ਨਾਲ ਬਾਦਸ਼ਾਹ ਨਾਲ ਮੁਲਾਕਾਤ ਹੋਈ ਹੈ। ਦਇਆ ਸਿੰਧ ਸਭ ਬੂਝਨ ਕੀਨਾ। ਭਾਈ ਦਇਆ ਸਿੰਘ ਨੂੰ ਸਤਿਗੁਰਾਂ ਨੇ ਸਭ ਕੁਝ ਪੁੱਛਿਆ। ਦਇਆ ਸਿੰਘ ਤਵ ਉੱਤਰ ਦੀਨਾ। ਪਿਆਰੇ ਭਾਈ ਦਇਆ ਸਿੰਘ ਜੀ ਨੇ ਆਪਣੇ ਪਿਆਰੇ ਮਾਈ ਨੂੰ ਸਾਰੇ ਜਵਾਬ ਦਿੱਤੇ। ਐਦੀ ਕੇ ਮਨਿੰਦ ਬਨ ਗਇਓ। ਮਹਾਰਾਜ ਐਦੀ ਬਣ ਕੇ ਗਿਆ ਸਾਂ ਮੈਂ ਬਾਦਸ਼ਾਹ ਦੇ ਕੋਲ, ਐਦੀ ਬਣ ਕੇ ਗਿਆ ਸੀ। ਗ੍ਰਾਮ ਗ੍ਰਾਮ ਤੇ ਨਰ ਨਿਕਸਿਓ। ਪਿੰਡ ਪਿੰਡ ਚੋਂ ਲੋਕ ਕੱਢਦੇ ਸੀ, ਸਾਡਾ ਮੰਜਾ ਚੁੱਕਦੇ ਸੀ ਅਗਲੇ ਪਿੰਡ ਵਾਲੇ, ਅਗਲੇ ਪਿੰਡ ਤੋਂ ਅਗਲੇ ਪਿੰਡ ਤਾਈਂ। ਏਦਾਂ ਐਦੀਆਂ ਵਾਂਗੂ ਮਹਾਰਾਜ ਜੀ ਮੈਂ ਗਿਆ ਹਾਂ। ਮਗ ਮੈਂ ਗੁਰ ਸੰਗਤ ਸਮੁਦਾਈ। ਰਸਤੇ ਵਿੱਚ ਆਪ ਜੀ ਦੀਆਂ ਬੇਅੰਤ ਸੰਗਤਾਂ ਮਿਲਦੀਆਂ ਰਹੀਆਂ ਨੇ। ਮਿਲ ਮਿਲ ਪੂਜਿਓ ਤੁਮ ਸਮਤਾਈ। ਉਹਨਾਂ ਨੇ ਤੁਹਾਡੇ ਸਮਾਨ ਸਾਡੀ ਸਤਕਾਰ ਪੂਜਾ ਕੀਤੀ ਵੀ ਗੁਰੂ ਕਲਗੀਧਰ ਜੀ ਦੇ ਪਿਆਰੇ ਆਏ ਨੇ। ਤੁਹਾਡੇ ਵਾਂਗੂ ਹੀ ਸਾਡੀ ਪੂਜਾ ਕੀਤੀ ਤੁਹਾਡੀਆਂ ਸੰਗਤਾਂ ਨੇ। ਪਹੁੰਚਿਓ ਸ਼ਾਹ ਸਿਵਰ ਕੇ ਮਾਈ। ਅਖੀਰ ਬਾਦਸ਼ਾਹ ਦੇ ਡੇਰੇ ਅਸੀਂ ਪਹੁੰਚ ਗਏ ਅਹਿਮਦਨਗਰ ਤਾਈਂ। ਕਰੇ ਜਤਨ ਮਿਲਬੋ ਹੋਏ ਨਾਈ। ਅਸੀਂ ਆਪਣੇ ਵੱਲੋਂ ਬੜੇ ਯਤਨ ਕੀਤੇ ਪਰ ਸਾਡੀ ਬਾਦਸ਼ਾਹ ਨਾਲ ਮਿਲਣੀ ਨਹੀਂ ਹੋਈ। ਪਟੀ ਆਪ ਟਿਗ ਕਾਸਦ ਜੋਰੀ। ਫਿਰ ਅਸੀਂ ਤੁਹਾਡੇ ਕੋਲ ਚਿੱਠੀ ਭੇਜੀ ਸੀ ਜਿਮ ਆਇਸ ਭੇਜੀ ਦਿਸ਼ ਮੋਰੀ। ਤੇ ਤੁਸੀਂ ਤਰਸ ਕਰਕੇ ਦਇਆ ਕਰਕੇ ਜਿਵੇਂ ਮੇਰੇ ਵੱਲ ਸਾਡੇ ਵੱਲ ਜਵਾਬ ਭੇਜਿਆ। ਪਇਓ ਮੇਲ ਤਿਮ ਅੰਤਰ ਗਏ। ਤੇ ਸਾਡਾ ਮੇਲ ਹੋ ਗਿਆ ਬਾਦਸ਼ਾਹ ਨਾਲ। ਅਸੀਂ ਬਾਦਸ਼ਾਹ ਕੋਲ ਅੰਦਰ ਗਏ ਉਹਨੂੰ ਮਿਲਣ ਲਈ। ਪ੍ਰਤ ਉੱਤਰ ਨਾਨਾ ਬਿਦ ਭਏ। ਬਾਦਸ਼ਾਹ ਦੇ ਨਾਲ ਜਾ ਕੇ ਸਾਡੀ ਵਾਰਤਾਲਾਪ ਹੋਈ, ਕਈ ਤਰ੍ਹਾਂ ਦੇ ਸਵਾਲ ਜਵਾਬ ਹੋਏ। ਸਵਾਨ ਆਦ ਕੋ ਸਕਲ ਪ੍ਰਸੰਗ। ਕਿਵੇਂ ਕੁੱਤੇ ਨੇ ਬੋਲ ਕੇ ਰੰਗੇ ਨੂੰ ਬੋਲ ਕਹੇ ਸਨ, ਉਹ ਸਾਰੀ ਕਥਾ ਭਾਈ ਸਾਹਿਬ ਨੇ ਮਹਾਰਾਜ ਜੀ ਨੂੰ ਦੱਸੀ। ਸਨੇ ਸਨੇ ਬਰਨਿਓ ਗੁਰ ਸੰਗ। ਸਹਿਜੇ ਸਹਿਜੇ ਕੱਲੀ ਕੱਲੀ ਗੱਲ ਜੋ ਪਿੱਛੇ ਆਪਾਂ ਸੁਣ ਚੁੱਕੇ ਆ ਕਥਾ 'ਚ, ਉਹ ਭਾਈ ਦਇਆ ਸਿੰਘ ਨੇ ਮਹਾਰਾਜ ਕਲਗੀਧਰ ਜੀ ਨੂੰ ਦੱਸੀ। ਪੁਨ ਹਮ ਕੋ ਰੁਖਸਦ ਤਿਨ ਕੀਨ। ਫਿਰ ਮਹਾਰਾਜ ਸਾਨੂੰ ਰੁਖਸਦ ਕੀਤਾ ਬਾਦਸ਼ਾਹ ਨੇ ਆਪਣੇ ਕੋਲੋਂ। ਗੁਰਜਦਾਰ ਦ્વੈ ਸੰਗ ਸੁਦੀਨ। ਸਾਡੇ ਨਾਲ ਦੋ ਬਕਾਇਦਾ ਗੁਰਜਦਾਰ ਗੁਰਜਾਂ ਵਾਲੇ ਅੱਗੇ ਭੇਜੇ। ਸੁਧ ਸੁਨ ਕੇ ਰਾਵਰ ਤੇ ਆਏ। ਤੇ ਜਦੋਂ ਸਾਨੂੰ ਪਤਾ ਲੱਗਾ ਕਿ ਤੁਸੀਂ ਇਧਰ ਰਾਜਪੂਤਾਨੇ ਦੇ ਇਲਾਕੇ ਵਿੱਚ ਆਏ ਹੋ, ਰਾਜਪੂਤਨ ਕੇ ਦੇਸ਼ ਸਿਧਾਏ। ਰਾਜਪੂਤਾਨੇ ਦੇ ਇਸ ਦੇਸ਼ ਵਿੱਚ ਰਾਜਸਥਾਨ ਚ ਆਪ ਜੀ ਆਏ ਹੋ। ਸੋ ਮਗ ਤਜ ਮੈਂ ਇਤ ਦਿਸ਼ ਆਇਓ। ਮੈਂ ਜਦਾ ਦਮਦਮਾ ਸਾਹਿਬ ਨੂੰ ਜਾ ਰਿਹਾ ਸੀ, ਉਹ ਰਾਹ ਛੱਡ ਕੇ ਮੈਂ ਤੁਹਾਡੇ ਵੱਲ ਇਸ ਪਾਸੇ ਆ ਗਿਆ ਹਾਂ। ਪਹੁੰਚੇ ਆਪ ਕੋ ਦਰਸ਼ਨ ਪਾਇਓ। ਆਪ ਜੀ ਕੋਲ ਪਹੁੰਚ ਕੇ ਆਪ ਜੀ ਦੇ ਦਰਸ਼ਨ ਕੀਤੇ ਹਨ। ਗੁਰਜਦਾਰ ਮੇਰੇ ਸੰਗ ਦੋਏ। ਜਿਹੜੇ ਦੋ ਗੁਰਜਦਾਰ ਆਏ ਸਨ ਮੇਰੇ ਨਾਲ ਬਾਦਸ਼ਾਹ ਨੇ ਭੇਜੇ। ਗਏ ਵਿਛੜ ਦਿੱਲੀ ਦਿਸ਼ ਸੋਏ। ਉਹ ਮੇਰੇ ਤੋਂ ਵਿਛੜ ਕੇ ਦਿੱਲੀ ਵੱਲ ਨੂੰ ਚਲੇ ਗਏ ਨੇ। ਸੂਬੇ ਗਨ ਉਮਰਾਵ ਮਾਨੇ। ਬਾਦਸ਼ਾਹ ਨੇ ਉਹਨਾਂ ਗੁਰਜਦਾਰਾਂ ਦੇ ਹੱਥ 'ਚ ਆਪਣਾ ਪਰਵਾਨਾ ਭੇਜਿਆ। ਹਿੰਦੁਸਤਾਨ ਦੇ ਜਿੰਨੇ ਸੂਬੇਦਾਰ ਨੇ, ਨਵਾਬ ਨੇ, ਉਹਨਾਂ ਵਾਸਤੇ ਸਭ ਦਿਸ਼ ਲਿਖੇ ਸ਼ਾਹ ਪਰਵਾਨੇ। ਬਾਦਸ਼ਾਹ ਨੇ ਸਾਰਿਆਂ ਵੱਲ ਪਰਵਾਨੇ ਲਿਖ ਕੇ ਭੇਜੇ ਹਨ। ਜਿਸ ਕੀ ਦਿਸ਼ ਸਤਿਗੁਰ ਚੱਲ ਆਵੇ। ਕਿ ਸਤਿਗੁਰੂ ਜੀ ਜਿਸ ਵੀ ਦਿਸ਼ਾ 'ਚ, ਜਿਸ ਪਾਸੇ ਵੀ, ਜਿਸ ਸੂਬੇਦਾਰ ਦੇ ਸੂਬੇ ਵਿੱਚੋਂ ਲੰਘਦੇ ਨੇ ਜਾਂ ਆਉਂਦੇ ਨੇ, ਦਲ ਸਮੇਤ ਜੈ ਸਿਵਰ ਲਗਾਵੇ। ਉਹਨਾਂ ਨੂੰ ਕਿਸੇ ਨੇ ਨਹੀਂ ਰੋਕਣਾ ਟੋਕਣਾ। ਉਹ ਆਪਣੀਆਂ ਫੌਜਾਂ ਸਮੇਤ ਜਿੱਥੇ ਮਰਜ਼ੀ ਡੇਰਾ ਕਰਨ, ਜਿੱਥੇ ਮਰਜ਼ੀ ਪੜਾ ਕਰਨ। ਸੋ ਸਭ ਕਰ ਜੋਰੇ ਟਿਕ ਜਾਏ। ਤੇ ਤੁਹਾਨੂੰ ਸਾਰਿਆਂ ਨੂੰ ਮੇਰਾ ਆਦੇਸ਼ ਹੈ ਕਿ ਤੁਸੀਂ ਸਾਰਿਆਂ ਨੇ ਉਹਨਾਂ ਦਾ ਸਤਿਕਾਰ ਕਰਨਾ ਹੈ। ਮਹਾਰਾਜ ਔਰੰਗਜ਼ੇਬ ਨੇ ਪਰਵਾਨੇ ਭੇਜੇ ਹਨ। ਅਨਕ ਰੀਤ ਕੀ ਸੇਵ ਕਮਾਏ। ਔਰ ਅਨਕ ਰੀਤੀਆਂ ਨਾਲ ਸਤਿਗੁਰਾਂ ਦੀ ਸੇਵਾ ਟਹਿਲ ਕਰਨੀ ਕਰਾਉਣੀ ਹੈ। ਨੈ ਕੋ ਸਨਮੁਖ ਹੋਏ ਰਨ ਕਰੇ। ਔਰ ਕਿਸੇ ਨੇ ਸਤਿਗੁਰੂ ਜੀ ਦੇ ਸਨਮੁਖ ਹੋ ਕੇ ਜੰਗ ਯੁੱਧ ਨਹੀਂ ਕਰਨਾ। ਕੈਸਿਓ ਗੁਰ ਕੇ ਸੰਗ ਨਾ ਅਰੇ। ਕਿਸੇ ਵੀ ਤਰੀਕੇ ਨਾਲ ਗੁਰੂ ਜੀ ਦੇ ਨਾਲ ਨਹੀਂ ਅੜਨਾ। ਗੁਰਜਦਾਰ ਦਿੱਲੀ ਅਬ ਜੈ ਹੈ। ਮਹਾਰਾਜ ਉਹ ਗੁਰਜਦਾਰ ਜਿਹੜੇ
ਜਿਹੜੇ ਔਰੰਗਜ਼ੇਬ ਨੇ ਭੇਜੇ ਨੇ ਹੁਣ ਦਿੱਲੀ ਜਾਣਗੇ। ਦੇਸ਼ ਵਿਦੇਸ਼ਨ ਐਸ ਪਠੇ ਹੈ। ਇਦਾਂ ਉਹਨਾਂ ਸਾਰੇ ਗੁਰਜਦਾਰਾਂ ਨੂੰ ਤੇ ਪ੍ਰਵਾਨਿਆਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਔਰੰਗੇ ਨੇ ਭੇਜ ਦਿੱਤਾ। ਪੁਨ ਸਤਿਗੁਰ ਕੋ ਦਿਓ ਕਪੀਰਾ। ਫਿਰ ਉਹ ਜਿਹੜੀ ਕਪੀਰਾ ਕਟਾਰ ਸੀ ਭਾਈ ਦਇਆ ਸਿੰਘ ਨੇ ਔਰੰਗਜ਼ੇਬ ਕੋਲੋਂ ਲਈ ਸੀ, ਉਹ ਕਟਾਰ ਮਹਾਰਾਜ ਜੀ ਨੂੰ ਦਿੱਤੀ। ਅਹੇ ਅਮਾਨਤ ਪਟ ਤੁਮ ਤੀਰਾ। ਮਹਾਰਾਜ ਔਰੰਗਜ਼ੇਬ ਦੇ ਕੋਲ ਤੁਹਾਡੀ ਅਮਾਨਤ ਸੀ, ਉਹਦੇ ਕੋਲੋਂ ਲੈ ਲਈ ਹੈ, ਤੁਸੀਂ ਜਿਵੇਂ ਹੁਕਮ ਕੀਤਾ ਸੀ ਤੇ ਆਪ ਜੀ ਦੇ ਪਾਸ ਹਾਜ਼ਰ ਕਰ ਰਹੇ ਆ। ਸਿੱਖਨ ਪਿਖ ਕੈ ਬੂਝ ਪ੍ਰਸੰਗਾ। ਹੁਣ ਇਹ ਕਟਾਰ ਵਾਲੇ ਮਸਲੇ ਦਾ ਮਹਾਰਾਜ ਜੀ ਦੇ ਕੋਲ ਜਿਹੜੇ ਸਿੰਘ ਸੀ ਉਹਨਾਂ ਨੂੰ ਨਹੀਂ ਸੀ ਪਤਾ। ਉਹਨਾਂ ਨੇ ਮਹਾਰਾਜ ਜੀ ਨੂੰ ਪੁੱਛਿਆ, ਸ਼੍ਰੀ ਗੁਰ ਕਹਿਓ ਸੋ ਸਭ ਕੇ ਸੰਗਾ। ਮਹਾਰਾਜ ਤੁਸੀਂ ਤਾਂ ਬਾਦਸ਼ਾਹ ਨੂੰ ਮਿਲੇ ਨਹੀਂ, ਤੁਹਾਡੀ ਅਮਾਨਤ ਕਿਵੇਂ ਸੀ ਉਹਦੇ ਕੋਲ? ਤੁਸੀਂ ਤਾਂ ਮਿਲੇ ਨਹੀਂ ਉਹਨੂੰ। ਮਹਾਰਾਜ ਤੁਸੀਂ ਤਾਂ ਸਾਡੇ ਨਾਲ ਆਏ ਹੋ ਦਮਦਮਾ ਸਾਹਿਬ ਤੋਂ, ਆਪਾਂ ਇਕੱਠੇ ਆਏ ਆ, ਤੇ ਕਟਾਰ ਔਰੰਗੇ ਦੇ ਕੋਲ ਕਿਵੇਂ ਪਹੁੰਚੀ ਤੁਹਾਡੀ ਅਮਾਨਤ ਜਿਹੜੀ ਭਾਈ ਦਇਆ ਸਿੰਘ ਜੀ ਲੈ ਕੇ ਆਏ ਨੇ? ਮੱਕੇ ਜਾਏ ਫਜ਼ੀਅਤ ਭਾਰੀ। ਸਤਿਗੁਰੂ ਜੀ ਮੁਸਕਰਾਏ ਤੇ ਬੋਲੇ, ਕਹਿੰਦੇ ਔਰੰਗਾ ਮੱਕੇ ਜਾਂਦਾ ਸੀ ਆਪਣੇ ਧਿਆਨ ਨਾਲ, ਕਰੀ ਨੁਰੰਗ ਕੋ ਪਿਖ ਡਰ ਧਾਰੀ। ਉੱਥੇ ਅਸੀਂ ਜਾ ਦਰਸ਼ਨ ਦਿੱਤੇ ਉਹਨੂੰ, ਉਹਦੇ ਧਿਆਨ ਵਿੱਚ। ਕਹਿੰਦੇ ਉਹਨੂੰ ਆਪਣਾ ਡਰ ਵਿਖਾਇਆ, ਭੈ ਵਿਖਾਇਆ। ਤਿਸਈ ਥਲਮ ਦੀਨੋ ਧਰੋਹਰ। ਅਸੀਂ ਆਪਣੀਆਂ ਨਿਸ਼ਾਨੀ ਉੱਥੇ ਉਹਨੂੰ ਦਿੱਤੀ ਸੀ। ਸੂਖਮ ਤਰੀਕੇ ਦੇ ਨਾਲ ਸੂਖਮ ਮੰਡਲ ਦੇ ਯੋਗੀ ਜਨ ਜਿਹੜੇ ਹੁੰਦੇ ਆ, ਉਹ ਸਥੂਲ ਵਸਤੂਆਂ ਨੂੰ ਇੱਕ ਥਾਂ ਤੋਂ ਦੂਜੇ ਥਾਂ ਤੇ ਪਹੁੰਚਾਉਣ ਦੀ ਸਮਰੱਥਾ ਰੱਖਦੇ ਆ। ਪਰ ਕਲਗੀਧਰ ਤਾਂ ਆਪ ਸਵੈੰ ਪਰਮੇਸ਼ਰ ਨੇ ਉਹਨਾਂ ਲਈ ਕੀ ਔਖਾ ਸੀ। ਕੋਈ ਆਖੇ ਨਾ ਵੀ ਸ਼ੰਕਾ ਕਰੇ ਵੀ ਸਥੂਲ ਕਟਾਰ ਉੱਥੇ ਕਿਵੇਂ ਪਹੁੰਚ ਗਈ, ਉੱਥੇ ਤਾਂ ਸੂਖਮ ਸਰੀਰ ਸੀ। ਪਰ ਸੂਖਮ ਬਿਰਤੀ ਰੱਖਣ ਵਾਲੇ ਯੋਗੀ ਇਹ ਪ੍ਰਕਿਰਿਆ ਕਰ ਸਕਦੇ ਹਨ। ਹਾਂਜੀ, ਦਇਆ ਸਿੰਘ ਪੁਨ ਕੈ ਕਰ ਜੋਰ। ਭਾਈ ਦਇਆ ਸਿੰਘ ਜੀ ਨੇ ਹੱਥ ਜੋੜੇ। ਥੋੜੇ ਦਿਵਸ ਬਿਤੇ ਹਮ ਔਰ। ਕਹਿਣ ਲੱਗੇ ਮਹਾਰਾਜ ਜੀ ਥੋੜੇ ਦਿਨ ਜਦੋਂ ਸਾਨੂੰ ਹੋਰ ਬਤੀਤ ਹੋਏ, ਤਨਕ ਪਨਕ ਸੁਨ ਅਸ ਇੱਕ ਠੌਰ। ਸਾਨੂੰ ਇੱਕ ਜਗ੍ਹਾ ਤੇ ਥੋੜੀ ਜੀ ਉੱਡਦੀ ਖਬਰ ਮਿਲੀ ਹੈ। ਉਹ ਤੋ ਜ਼ਫਰਨਾਮਾ ਤੁਮ ਕਰ ਕੋ। ਮਹਾਰਾਜ ਜੀ ਜਿਹੜਾ ਤੁਹਾਡੇ ਹੱਥ ਦਾ ਦਿੱਤਾ ਹੋਇਆ ਜ਼ਫਰਨਾਮਾ ਅਸੀਂ ਔਰੰਗੇ ਨੂੰ ਦਿੱਤਾ। ਜਬ ਹਮ ਦੇ ਕਰ ਹਟੇ ਵਹਿਰ ਕੋ। ਜਦੋਂ ਉਹਨੂੰ ਜ਼ਫਰਨਾਮਾ ਦੇ ਕੇ ਅਸੀਂ ਉਹਦੀ ਦਰਬਾਰ ਚ, ਉਹਦੀ ਕਚਹਿਰੀ ਚੋਂ ਬਾਹਰ ਆਏ, ਤਤ ਛਿਨ ਹਜ਼ਰਤ ਕੋ ਦੁਖ ਹੋਵਾ। ਤੁਹਾਡੇ ਜ਼ਫਰਨਾਮੇ ਨੂੰ ਪੜ੍ਹਦਿਆਂ ਸਾਰ ਉਹਦੇ ਪੇਟ 'ਚ ਸੂਲ ਉੱਠਿਆ। ਸਾਨੂੰ ਇਹ ਪਤਾ ਲੱਗਾ ਵੀ ਇੱਕਦਮ ਉਹਦੇ ਅੰਦਰ ਮਹਾਰਾਜ ਜੀ ਸੂਲ ਉੱਠਿਆ, ਭਿਆਨਕ ਦਰਦ ਉੱਠੀ। ਪੁਨ ਕੋ ਅੰਤਰ ਗਇਓ ਨ ਜੋਆ। ਮੁੜ ਕੇ ਫਿਰ ਸਾਡੇ ਵਿੱਚੋਂ ਤਾਂ ਕੋਈ ਅੰਦਰ ਗਿਆ ਨਹੀਂ ਵੀ ਉਹਦੇ ਨਾਲ ਕੀ ਹੋਇਆ, ਕੀ ਬੀਤਿਆ। ਖੋਟੀ ਸੁਧ ਪਸਰੀ ਚੋਂ ਔਰ। ਖੋਟੀ ਖਬਰ ਸਾਰੇ ਪਾਸੇ ਫੈਲੀ ਆ ਵੀ ਉਹਨੂੰ ਚੁੱਕ ਕੇ ਲੈ ਕੇ ਗਏ ਉਹਦੇ ਪਲੰਘੇ ਤੱਕ, ਉੱਥੋਂ ਦਰਬਾਰ ਚੋਂ। ਤੁਹਾਡੇ ਜ਼ਫਰਨਾਮੇ ਨੂੰ ਪੜ੍ਹਦਿਆਂ ਮਹਾਰਾਜ ਸੱਚੇ ਪਾਤਸ਼ਾਹ ਇੱਕਦਮ ਉਹਦੇ ਅੰਦਰ ਦਰਦ ਉੱਠੀ, ਭਿਆਨਕ ਪੀੜਾ ਉੱਠੀ, ਔਰ ਉਸ ਪੀੜਾ ਨੂੰ ਨਾ ਸਹਾਰਦਿਆਂ ਤੜਫਣ ਲੱਗਾ। ਤੇ ਲੋਕ ਉਹਨੂੰ ਜਿਹੜੇ ਉਹਦੇ ਵਜ਼ੀਰ ਸਨ ਉਹ ਚੁੱਕ ਕੇ ਲੈ ਕੇ ਗਏ। ਇਹ ਖਬਰ ਸਾਨੂੰ ਮਿਲੀ ਹੈ, ਅਸੀਂ ਤਾਂ ਨਹੀਂ ਅੰਦਰ ਜਾ ਕੇ ਮੁੜ ਕੇ ਵੇਖ ਸਕੇ। ਦੁਰ ਦੁਰ ਕਹੇ ਨਾ ਮਾਚੇ ਸ਼ੋਰ। ਲੋਕ ਲੁਕ ਲੁਕ ਕੇ ਗੱਲਾਂ ਕਰਦੇ ਨੇ ਵੀ ਰੌਲਾ ਨਹੀਂ ਪਾਉਂਦੇ ਵੀ ਔਰੰਗਜ਼ੇਬ ਦੀ ਗੱਲ ਹੈ, ਕਿਤੇ ਰੌਲਾ ਪਾ ਕੇ ਦੱਸੀ ਫੜ ਨਾ ਲਵੇ ਸਾਨੂੰ। ਡਰ ਡਰ ਕੇ ਦਹਿਸ਼ਤ ਦੇ ਵਿੱਚ ਲੋਕ ਲੁਕ ਲੁਕ ਕੇ ਗੱਲਾਂ ਕਰਦੇ ਨੇ। ਆਗੇ ਤੁਮ ਭਾਵੇ ਤਿਮ ਹੋਏ। ਔਰੰਗੇ ਦੀ ਖਬਰ ਸਾਨੂੰ ਇਹ ਜ਼ਰੂਰ ਮਿਲੀ ਹੈ ਵੀ ਉਹ ਬਿਮਾਰ ਹੋ ਗਿਆ ਸੀ। ਅੱਗੇ ਮਹਾਰਾਜ ਹੋਣਾ ਉਹ ਹੈ ਜਿਹੜਾ ਤੁਹਾਨੂੰ ਪਾਉਣਾ। ਜਥਾ ਬਿਰਤਾਂਤ ਬਨਿਓ ਤਿਮ ਸੋਏ। ਜਿਵੇਂ ਸਾਡੇ ਕੋਲੋਂ ਅਸੀਂ ਵੇਖਿਆ ਸੁਣਿਆ ਉਹ ਤੁਹਾਨੂੰ ਦੱਸ ਦਿੱਤਾ। ਸੁਨ ਸਤਿਗੁਰ ਕਹੇ ਆਛੀ ਕੀਨ। ਮਹਾਰਾਜ ਜੀ ਕਹਿੰਦੇ ਦਇਆ ਸਿੰਘ ਜੀ ਚੰਗਾ ਕੀਤਾ ਤੁਸਾਂ। ਮਰੇ ਨੁਰੰਗਾ ਬਿਲਮ ਬਹੀਨ। ਬਸ ਹੁਣ ਕੁਝ ਸਮੇਂ ਦੀ ਬਾਤ ਹੈ, ਔਰੰਗਾ ਮਰਨ ਵਾਲਾ ਹੈ ਤੇ ਉਹਦੀ ਖਬਰ ਪਹੁੰਚਣ ਵਾਲੀ ਹੈ। ਕੇਤਕ ਦਿਨ ਮੈਂ ਸੁਧ ਪਸਰੇ ਹੈ। ਬਸ ਕੁਝ ਦਿਨਾਂ 'ਚ ਇਹ ਖਬਰ ਫੈਲ ਜਾਏਗੀ ਵੀ ਕੁੱਪਾ ਰਿੜ ਗਿਆ। ਕੁੱਪਾ ਹੀ ਕਹਿੰਦੇ ਨਾ ਔਰੰਗੇ ਨੂੰ, ਜਦੋਂ ਕੋਈ ਬਾਦਸ਼ਾਹ ਨਹੀਂ ਮਰਦਾ ਹੁੰਦਾ, ਬਾਦਸ਼ਾਹ ਦਾ ਤਖਤ ਹੁੰਦਾ, ਉਹਦੇ ਤੇ ਬਹਿਣ ਵਾਲਾ ਉਹਨੂੰ ਕੁੱਪਾ ਕਹਿ ਦਿੰਦੇ ਆ। ਮਹਾਰਾਜ ਜੀ ਕਹਿੰਦੇ ਫੈਲ ਜਾਏਗੀ ਖਬਰ ਵੀ ਕੁੱਪਾ ਰਿੜ ਗਿਆ ਹੈ।
ਊਚ ਨੀਚ ਸਗਰੇ ਲਖ ਲੈ ਉੱਚੇ ਨੀਵਿਆਂ ਸਾਰਿਆਂ ਨੂੰ ਪਤਾ ਲੱਗ ਜਾਏਗਾ। ਇਮ ਕੈ ਸੁਨ ਕੈ ਸਤਿਗੁਰ ਸੰਗ ਇਹ ਤਾਂ ਸਤਿਗੁਰੂ ਜੀ ਨਾਲ ਭਾਈ ਦਇਆ ਸਿੰਘ ਨੇ ਬਚਨ ਬਿਲਾਸ ਕੀਤੇ ਸੁਣੇ। ਦਇਆ ਸਿੰਘ ਟਿਗਰਿਓ ਉਮੰਗ ਔਰ ਬੜੇ ਚਾਅ ਨਾਲ ਸਤਿਗੁਰਾਂ ਦੇ ਕੋਲ ਹੀ ਭਾਈ ਸਾਹਿਬ ਰਹੇ। ਦਿਨ ਪ੍ਰਤ ਕੂਚ ਕਰਤ ਗੁਰ ਪੂਰੇ ਮਹਾਰਾਜ ਜੀ ਇੱਥੋਂ ਕੂਚ ਕਰਦੇ ਦਿਨ ਪ੍ਰਤੀ ਦਿਨ। ਕਹੂੰ ਅਰੇ ਮਗ ਦਲ ਕੇ ਸੂਰੇ ਰਸਤੇ ਵਿੱਚ ਕਈ ਥਾਵਾਂ ਤੇ ਛੋਟੀਆਂ ਮੋਟੀਆਂ ਝੜਪਾਂ ਵੀ ਹੋ ਜਾਂਦੀਆਂ ਖਾਲਸੇ ਦੀਆਂ ਸ਼ਸਤਰਧਾਰੀ ਸਿੰਘਾਂ ਦੀਆਂ ਦੁਸ਼ਮਣਾਂ ਨਾਲ। ਲੂਟ ਕੂਟ ਲੈ ਹੋਤ ਲੜਾਈ ਜਿਹੜਾ ਕੋਈ ਅੜੀ ਫੜੀ ਕਰਦਾ ਫਿਰ ਖਾਲਸਾ ਉਹਨੂੰ ਆਪਣਾ ਹੱਥ ਵਿਖਾਉਂਦਾ ਸ਼ੇਰ ਪੰਜਾ ਮਾਰ ਕੇ। ਕੇਤ ਮਿਲੇ ਪਰੇ ਪ੍ਰਭ ਪਾਈ ਪਰ ਬਹੁਤੇ ਆ ਕੇ ਸਤਿਗੁਰਾਂ ਦੇ ਚਰਨੀ ਪੈਂਦੇ ਐ। ਮਹਾਰਾਜ ਜੀ ਚਲਦਿਆਂ ਚਲਦਿਆਂ ਬਗੌਰ ਪਹੁੰਚੇ ਹਨ। ਬਗੌਰ ਮਹਾਰਾਜ ਜੀ ਨੇ ਉਤਾਰਾ ਕੀਤਾ। ਮਹਾਰਾਜ ਜੀ ਦਾ ਸੋਹਣਾ ਦਰਬਾਰ ਹੈ, ਉੱਥੇ ਪੁਰਾਣਾ ਕਿਲਾ ਜਿਹਦੇ ਵਿੱਚ ਸਤਿਗੁਰੂ ਜੀ ਕਈ ਦਿਨ ਰਹੇ ਤੇ ਇੱਥੇ ਹੀ ਸਤਿਗੁਰਾਂ ਨੂੰ ਰੰਗੇ ਦੀ ਮਰਨ ਦੀ ਖਬਰ ਮਿਲੀ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਗੋਬਿੰਦ ਹੈ ਗੁਣ ਨਿਧਾਨ ਜਾਂ ਕੀ ਸਦਾ ਬਵੇਕ ਹੇ ਅਪਰੰਪਰ ਹਰ ਹਰੇ ਹੈ ਪੀਓ ਅਣਿਹਾਰ ਹੇ ਸੰਤ ਕੈ ਸਦਾ ਸੰਗ ਨਿਧਾਰਾ ਆਧਾਰ ਠਾਕੁਰ ਹੋਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਈਐ ਪਰੋਏ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਓਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।